पुरख परमात्मा जी नूं लभण दी कोशिश कीती। सारे असीं कोशिश ही करदे हां, पर क्यों ना किन्ना चंगा होवे जे कोशिश करन तो पहिलां असीं सतगुरु नूं पुੱਛ लईए कि महाराज दे रब जियां दे घर ਵੱਲ ਨੂੰ ਜਾਣਾ ਹੈ ਤੇ ਸਾਨੂੰ ਰਸਤਾ ਜ਼ਰੂਰ ਦੱਸ ਦਿਓ। ਅਸੀਂ ਰੱਬ ਦੇ ਘਰ ਵੱਲ ਨੂੰ ਜਾ ਰਹੇ ਹਾਂ ਤੇ ਕਿਰਪਾ ਕਰਕੇ, ਜਿਵੇਂ ਗੁਰਬਾਣੀ ਕਹਿੰਦੀ ਹੈ ਕਿ ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ, ਅੱਖੀ ਲੋੜੀ ਨਾ ਲਹਾਂ ਹਉ ਝੜ ਲੰਘਾ ਕਿਤ। ਇੱਕ ਸਾਡੇ ਕੋਲ ਗਿਆਨ ਦੀਆਂ ਅੱਖਾਂ ਨਹੀਂ ਹੈ। ਸੰਸਾਰੀ ਉਦਾਹਰਨ ਹੈ ਕਿ ਜੇ ਕਿਸੇ ਬੰਦੇ ਨੇ ਜਿਹਦੇ ਨੇਤਰ ਨਾ ਹੋਣ, ਉਹਦੇ ਸਿਰ ਦੇ ਉੱਪਰ ਭਾਰ ਲੱਦ ਦਿੱਤਾ ਜਾਵੇ, ਕੋਈ ਭਾਰੀ ਪੰਡ ਲੱਦ ਦਿੱਤੀ ਜਾਵੇ, ਉਸ ਨੂੰ ਚੁੱਕ ਕੇ, ਤੇ ਰਸਤਾ ਵੀ ਕੋਈ ਸਾਫ਼ ਨਹੀਂ ਹੈ, ਰਸਤੇ ਦੇ ਵਿੱਚ ਵੀ ਟੋਵੇ ਨੇ ਤੇ ਪਹਾੜੀ ਰਸਤਾ ਹੈ ਤੇ ਵਾਟ ਵੀ ਬਹੁਤ ਲੰਬੀ ਹੈ, ਤੇ ਉਸ ਇਨਸਾਨ ਲਈ ਤੁਰਨਾ ਮੁਸ਼ਕਲ ਹੈ। ਉਹ ਥੋੜਾ ਚੱਲੇਗਾ, ਉਸ ਤੋਂ ਬਾਅਦ ਉਹ ਅੱਕ ਜਾਵੇਗਾ, ਥੱਕ ਜਾਏਗਾ, ਤੇ ਫਿਰ ਉਹ ਰੱਬ ਨੂੰ ਉਲਾਂਭੇ ਜ਼ਰੂਰ ਦੇਵੇਗਾ ਕਿ ਰੱਬ ਜੀ, ਜਿੱਥੇ ਸਾਰੇ ਸੰਸਾਰ ਦੇ ਲੋਕਾਂ ਨੂੰ ਨੇਤਰ ਦਿੱਤੇ ਸੀ ਤੇ ਮੇਰੇ ਲਈ ਵੀ ਥੋੜੀ ਜੀ ਜੋਤ ਮੇਰੇ ਨੇਤਰਾਂ ਦੇ ਵਿੱਚ ਪਾ ਦਿੰਦਾ ਤੇ ਮੈਨੂੰ ਅੱਜ ਆਹ ਦਿਨ ਨਾ ਦੇਖਣਾ ਪੈਂਦਾ। ਸੋ ਸਤਿਗੁਰੂ ਜੀ ਇਹੀ ਗੱਲ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਿ ਅਸੀਂ ਔਗਣਾਂ ਦੀ ਪੰਡ ਭਾਰ ਸਿਰ ਦੇ ਉੱਪਰ ਲੱਦਿਆ ਹੋਇਆ ਹੈ, ਵਿਕਾਰਾਂ ਦਾ, ਔਗਣਾਂ ਦਾ, ਅਤੇ ਵਾਟ ਬਹੁਤ ਲੰਬੀ ਹੈ, ਰਸਤਾ ਵੀ ਕੋਈ ਸੌਖਾ ਨਹੀਂ ਹੈ। ਅੰਦਲੇ ਭਾਰ ਉਠਾਇਆ ਡੂੰਗਰ ਵਾਟ ਬਹੁਤ, ਅੱਖੀ ਲੋੜੀ ਨਾ ਲਹਾਂ। ਅੱਖਾਂ ਤੋਂ ਗਿਆਨ ਦੀਆਂ ਅੱਖਾਂ ਕੋਈ ਨਹੀਂ ਹਨ, ਸਾਨੂੰ ਪਤਾ ਹੀ ਨਹੀਂ ਹੈ ਕਿ ਪ੍ਰਮਾਤਮਾ ਦੇ ਮਾਰਗ ਤੱਕ ਪਹੁੰਚਣਾ ਕਿਵੇਂ ਹੈ। ਤੁਰ ਤਾਂ ਪਏ ਅਸੀਂ, ਪਰ ਅਸਲ ਦੇ ਵਿੱਚ ਸਾਡੇ ਕੋਲ ਗਿਆਨ ਦੀਆਂ ਅੱਖਾਂ ਨਹੀਂ ਹੈ, ਜਿਸ ਕਰਕੇ ਅਸੀਂ ਰਸਤਿਆਂ ਦੇ ਵਿੱਚ ਹੀ ਠੋਕਰਾਂ ਖਾ ਕੇ ਡਿੱਗਦੇ ਪਏ ਹਾਂ। ਉਹ ਰਸਤੇ ਦੀਆਂ ਠੋਕਰਾਂ ਕੀ ਨੇ? ਉਹ ਰਸਤੇ ਦੀਆਂ ਠੋਕਰਾਂ ਇਹ ਹਨ ਕਿ ਜਦੋਂ ਬੰਦਾ, ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਸੰਸਾਰ ਦੇ ਵਿੱਚ ਭੋਜਨ ਵਾਸਤੇ, ਰੋਟੀ ਕਮਾਉਣ ਵਾਸਤੇ ਦਿਨ ਰਾਤ ਇੱਕ ਕਰ ਛੱਡਦੇ ਆ, ਭਾਵ ਕਿ ਅਸੀਂ ਭੱਜੇ ਫਿਰਦੇ ਆ, ਉਦਮ ਕਰਦੇ ਆ। ਸੋ ਉਸੇ ਹੀ ਰੋਟੀ ਨੂੰ ਅਸੀਂ ਹਫਤਾ ਇੱਕ ਛੱਡ ਕੇ ਜਾਂ ਕੁਝ ਦਿਨ ਛੱਡਣਾ ਹੁੰਦਾ ਹੈ ਜਿਸ ਰੋਟੀ ਨੂੰ ਵਾਸਤੇ, ਤੇ ਉਹ ਦਿਨ ਸਾਡੇ ਲਈ ਪ੍ਰਮਾਤਮਾ ਨੂੰ ਅਸੀਂ ਕਹਿੰਦੇ ਵੀ ਸ਼ਾਇਦ ਇਸ ਰੋਟੀ ਨੂੰ ਛੱਡਣ ਦੇ ਨਾਲ ਪ੍ਰਮਾਤਮਾ ਰੀਝ ਜਾਵੇਗਾ। ਇਹ ਇੱਕ ਤਕਲੀਫ ਹੀ ਹੈ ਕਿ ਜਿਹੜੀ ਅਸੀਂ ਰੱਬ ਨੂੰ ਪ੍ਰਾਪਤ ਤਾਂ ਕਰਨਾ ਚਾਹੁੰਦੇ ਆ, ਪਰ ਸਾਨੂੰ ਇਹਦਾ ਮਾਰਗ ਨਹੀਂ ਪਤਾ, ਇਸ ਬਾਰੇ ਪਤਾ ਨਹੀਂ ਹੈ, ਜਿਸ ਕਰਕੇ ਸਾਨੂੰ ਇਉਂ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਰੋਟੀ ਛੱਡ ਦੇਣੀ ਹੀ ਪ੍ਰਮਾਤਮਾ ਨੂੰ ਲੱਭਣਾ ਹੈ, ਅਕਾਲ ਪੁਰਖ ਪ੍ਰਮਾਤਮਾ ਨੂੰ ਲੱਭਣਾ ਹੈ। ਪਰ ਗੁਰੂ ਨਾਨਕ ਸਾਹਿਬ ਜੀ ਇਹ ਗੱਲ ਕਹਿੰਦੇ ਨੇ, ਕਹਿੰਦੇ ਵੇਖ, ਜੇ ਸਰੀਰ ਨੂੰ ਤਪਾ ਕੇ, ਸਰੀਰ ਨੂੰ ਕਸ਼ਟ ਦੇ ਕੇ ਰੱਬ ਨੂੰ ਲੱਭਾ, ਅਕਾਲ ਪੁਰਖ ਪ੍ਰਮਾਤਮਾ ਨੂੰ ਲੱਭਾ, ਤੇ ਤੈਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਰੱਬ ਹਮੇਸ਼ਾ ਦਇਆ ਕਰਦਾ ਹੈ, ਤੇ ਪਰ ਤੂੰ ਆਪਣੇ ਸਰੀਰ ਨੂੰ ਕਸ਼ਟ ਦਿੱਤਾ ਹੈ, ਤੂੰ ਆਪਣੇ ਆਪ ਦੇ ਉੱਪਰ ਵੀ ਦਇਆ ਨਹੀਂ ਕੀਤੀ। ਤੇ ਪ੍ਰਮਾਤਮਾ ਦਇਆ ਦਾ ਘਰ ਹੈ, ਉਹ ਹਮੇਸ਼ਾ ਮਾਫ ਕਰਦਾ ਹੈ, ਦਇਆ ਕਰਦਾ ਹੈ। ਉਹਨੇ ਸਾਨੂੰ ਭੋਜਨ ਦਿੱਤਾ ਹੈ, ਤੇ ਉਸੇ ਦਾ ਦਿੱਤਾ ਹੋਇਆ ਭੋਜਨ ਤੂੰ ਛੱਡ ਕੇ ਤੇ ਪ੍ਰਮਾਤਮਾ ਨੂੰ ਲੱਭਣ ਵਾਸਤੇ ਤੁਰਿਆ। ਇਹਦਾ ਮਤਲਬ ਤੈਨੂੰ ਅਜੇ ਪੂਰੀ ਜਾਣਕਾਰੀ ਨਹੀਂ ਹੈਗੀ, ਤੈਨੂੰ ਅਜੇ ਪੂਰਾ ਪਤਾ ਨਹੀਂ ਹੈਗਾ ਕਿ ਮੈਂ ਪ੍ਰਮਾਤਮਾ ਦੇ ਵੱਲੋਂ ਬਖਸ਼ਿਸ਼ ਕੀਤੀ ਹੋਈ ਇਹ ਰੋਜੀ ਨੂੰ ਛੱਡ ਕੇ ਤੇ ਪ੍ਰਮਾਤਮਾ ਨੂੰ ਲੱਭਦਾ ਪਿਆ ਹਾਂ। ਇਹੀ ਔਖੇ ਘਾਟੀਆਂ ਨੇ। ਜਿਸ ਪ੍ਰਮਾਤਮਾ ਨੂੰ ਅਸੀਂ ਲੱਭਣਾ ਹੈ, ਉਹਦੇ ਵਾਸਤੇ ਹਿਰਦਾ ਸ਼ੁੱਧ ਹੋਣਾ ਚਾਹੀਦਾ ਹੈ, ਅੰਦਰ ਦੀ ਪਵਿੱਤਰਤਾ ਹੋਣੀ ਚਾਹੀਦੀ ਹੈ। ਤੇ ਬੰਦਾ ਬਾਹਰੋਂ ਕਹਿੰਦਾ ਹੈ ਵੀ ਨਹੀਂ, ਮੈਂ ਹੁਣ 40 ਦਿਨ ਇੱਕ ਸੁਖਣਾ ਸੁਖੀ ਹੈ ਕਿ ਮੈਂ 40 ਦਿਨ ਤੱਕ ਕੋਈ ਅੰਡਾ, ਕੋਈ ਸ਼ਰਾਬ, ਕੋਈ ਮੀਟ ਦਾਰੂ ਨਹੀਂ ਖਾਣਾ। 40 ਦਿਨ ਤੱਕ ਰੇ ਕਿਉਂ? ਉਸ ਤੋਂ ਬਾਅਦ ਕਿਉਂ ਖਾਣ ਲੱਗ ਪੈਂਦਾ? ਕਿਉਂਕਿ ਇਹਨੂੰ ਪਤਾ ਹੈ ਕਿ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਉਹਨੇ ਦਇਆ ਕਰਨੀ ਹੈ, ਉਹਨੂੰ ਚਲਾਕੀਆਂ ਨਹੀਂ ਆਉਂਦੀਆਂ। ਤੇ ਮੈਂ ਚਲਾਕ ਬੜਾ ਹੈ, ਮੈਂ 4 ਦਿਨ ਪਰਮਾਤਮਾ ਦੇ ਅੱਗੇ ਰੋ ਪਿੱਟ ਲਵਾਂਗਾ, ਉਹਨੇ ਦਇਆ ਕਰ ਦੇਣੀ, ਉਸ ਤੋਂ ਬਾਅਦ ਮੈਂ ਆਪਣਾ ਕਾਰਜ ਸਵਾਰਿਆ ਤੇ ਮੈਂ ਆਪਣੇ ਰਾਹ ਪੈਂਡੇ ਤੇ ਹੋ ਜਾਣਾ। ਸੋ ਸਤਿਗੁਰੂ ਜੀ ਸਾਨੂੰ ਇਹੀ ਬਾਰ-ਬਾਰ ਗੱਲ ਸਮਝਾਉਂਦੇ ਨੇ, ਕਹਿੰਦੇ ਵੇਖ ਸੁਲਤਾਨ ਹੋਵਾਂ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸੁਲਤਾਨ ਹੋਵਾਂ, ਮੇਲ ਲਸ਼ਕਰ ਤਖਤ ਰੱਖਾਂ ਪਾਉ। ਮਹਾਰਾਜ ਜੀ ਮੈਂ ਰਾਜਾ ਹੋਵਾਂ, ਗੁਰੂ ਨਾਨਕ ਸਾਹਿਬ ਜੀਆਂ ਦਾ ਇਹ ਸ਼ਬਦ ਹੈ, ਮੈਂ ਰਾਜਾ ਹੋਵਾਂ, ਲਸ਼ਕਰ ਫੌਜਾਂ ਮੇਰੇ ਕੋਲ ਹੋਣ, ਤਖਤ ਰਾਖਾਂ ਪਾਉ, ਤੇ ਕਹਿੰਦੇ ਵੀ ਤਖਤ ਜਿਹੜਾ ਹੈ ਉਹ ਮੇਰੇ ਹੇਠ ਹੋਵੇ।
ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ। ਮੈਂ ਇੰਨਾ ਵੱਡਾ ਰਾਜਾ ਹੋਵਾਂ ਕਿ ਸਭ ਲੋਕ ਮੇਰੇ ਹੁਕਮ ਦੇ ਵਿੱਚ ਚੱਲਦੇ ਹੋਣ, ਇੰਨੀ ਤਾਕਤ ਦਾ ਮਾਲਕ ਹੋ ਜਾਵਾਂ, ਮੈਂ ਬਣ ਜਾਵਾਂ। ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰਾਖਾਂ ਪਾਉ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ। ਪਰ ਗੁਰੂ ਸਾਹਿਬ ਜੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮੈਂ ਇਸ ਸਭ ਨੂੰ ਕੀ ਕਰਨਾ ਹੈ ਜੇ ਪਰਮੇਸ਼ਰ ਦਾ ਨਾਮ ਹੀ ਮੇਰੇ ਹਿਰਦੇ ਦੇ ਵਿੱਚ ਨਹੀਂ ਹੈਗਾ। ਤੇ ਮੈਂ ਰਾਜਾ ਬਣ ਜਾਵਾਂ, ਸਾਰੀ ਸ੍ਰਿਸ਼ਟੀ ਦਾ ਹੁਕਮ ਮੈਂ ਚਲਾਵਾਂ, ਸਾਰੀ ਸ੍ਰਿਸ਼ਟੀ ਦੇ ਉੱਪਰ ਮੇਰਾ ਰਾਜ ਹੋਵੇ, ਲੋਕੀ ਮੇਰੇ ਤੋਂ ਡਰਨ ਕਿਉਂਕਿ ਮੇਰੇ ਕੋਲ ਫੌਜ ਹੈ, ਸ਼ਸਤਰ ਨੇ, ਤੇ ਲੋਕ ਤਾਂ ਡਰਨਗੇ ਨਾ। ਪਰ ਮਤ ਦੇਖ ਭੁੱਲਾਂ ਵਿਸਰੇ, ਮਤਾ ਕਿ ਇਹਨਾਂ ਸਭ ਰਾਜ ਭਾਗ ਨੂੰ ਵੇਖ ਕੇ ਮੈਂ ਤੈਨੂੰ ਭੁੱਲ ਜਾਵਾਂ। ਮਤ ਦੇਖ ਭੁੱਲਾਂ ਵਿਸਰੇ, ਤੇਰਾ ਚਿੱਤ ਨਾ ਆਵੇ ਨਾਉ, ਤੇਰਾ ਨਾਮ ਮੇਰੇ ਚਿੱਤ ਦੇ ਵਿੱਚ ਨਾ ਆਵੇ। ਇਹੋ ਜਿਹਾ ਕਿਤੇ ਹੋਵੇ ਨਾ। ਤੇ ਮਹਾਰਾਜ ਜੀ ਕਹਿੰਦੇ ਨੇ, ਵੇਖ ਬੰਦਿਆ, ਬੜੇ ਕਰਮ ਕਰਦਾ ਹੈ ਤੂੰ। ਕਈ ਵਾਰੀ ਸੋਚਦਾ ਹੈ ਮੈਂ ਕੀ ਖਾਣਾ ਹੈ, ਮੇਰੇ ਕੋਲ ਇਹੋ ਜਿਹਾ ਰੱਬ ਨੇ ਦਿੱਤਾ ਹੀ ਕੁਛ ਨਹੀਂ ਹੈ, ਜਾਂ ਰੱਬ ਜੀਆਂ ਦੇ ਘਰ ਦੇ ਵਿੱਚ ਮੇਰੇ ਲਈ ਕੁਛ ਹੈਗਾ ਨਹੀਂ ਹੈ। ਤੇ ਉਹਨਾਂ ਨੇ ਸਾਨੂੰ ਉਹ ਗੱਲਾਂ ਵੀ ਸਾਨੂੰ ਸਾਰੀਆਂ ਚੇਤੇ ਕਰਾ ਦਿੱਤੀਆਂ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਤੇਰੇ ਕੋਲ ਹੈਗੀਆਂ ਨੇ ਤੇ ਤੂੰ ਰਸ ਲੈਣਾ ਉਹਨਾਂ ਚੀਜ਼ਾਂ ਦਾ। ਗੁਰਬਾਣੀ ਕਹਿੰਦੀ ਹੈ, ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ। ਇਹਨਾਂ ਕੁਛ ਤੂੰ ਲੋਚਦਾ ਪਿਆ ਹੈ ਤੇ ਤੇਰੇ ਕੋਲ ਹੈਗਾ ਵੀ ਹੈ। ਰਸ ਸੋਇਨਾ, ਸੋਨਾ ਬਣਾਉਣ ਦਾ, ਸੋਨਾ ਪਹਿਨਣ ਦਾ ਤੇਰੇ ਅੰਦਰ ਬੜਾ ਲਾਲਚ ਹੈ, ਰਸ ਹੈ। ਤੇ ਗੁਰਬਾਣੀ ਕਹਿੰਦੀ ਹੈ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਲ ਇੱਕ ਮੇਕਤਾ ਬਣਾਉਣੀ ਹੈ, ਏਕਤਾ ਬਣਾਉਣੀ ਹੈ, ਪ੍ਰਮਾਤਮਾ ਦੇ ਨਾਲ ਪ੍ਰੇਮ ਕਰਨਾ ਹੈ, ਉਹਨਾਂ ਨੂੰ ਇਸ ਸੋਨੇ ਚਾਂਦੀ ਦੇ ਨਾਲ ਕੋਈ ਭਾਅ ਨਹੀਂ ਹੈ। ਕੰਚਨ ਮਾਟੀ ਮਾਨੇ, ਉਹ ਸੋਨੇ ਨੂੰ ਵੀ ਮਿੱਟੀ ਸਮਾਨ ਸਮਝਦਾ ਹੈ। ਉਹਦੇ ਲਈ ਸੋਨਾ ਬਹੁਤ ਹੀ ਕੀਮਤੀ ਵਸਤੂ ਨਹੀਂ ਹੈ, ਉਹਦੇ ਲਈ ਪ੍ਰਮਾਤਮਾ ਜੀ ਦੀ ਪ੍ਰੀਤ ਜਿਆਦੀ ਵਸਤੂ, ਪ੍ਰੀਤ ਜਿਆਦੀ ਮਹਿੰਗੀ ਹੈ। ਜਿਨ੍ਹਾਂ ਨੇ ਵਾਹਿਗੁਰੂ ਨੂੰ ਲੱਭਣਾ ਹੈ, ਪ੍ਰਾਪਤ ਕਰਨਾ ਹੈ। ਤੇ ਗੁਰਬਾਣੀ ਦਾ ਇੱਕ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੇ ਸ਼ਬਦ ਸਾਨੂੰ ਬਖਸ਼ਿਸ਼ ਕੀਤਾ ਹੈ। 9ਵੇਂ ਮਹੱਲੇ ਦੇ ਜੋ ਸ਼ਲੋਕ ਆਪਾਂ ਪੜ੍ਹਦੇ ਆ, ਏਕ ਭਗਤ ਭਗਵਾਨ ਜਿਹ ਪ੍ਰਾਨੀ ਕੇ ਨਾਹੇ ਮਨ। ਹੁਣ ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ ਕਿ ਇੱਕ ਅਕਾਲ ਪੁਰਖ ਪ੍ਰਮਾਤਮਾ ਹੈ, ਉਹ ਵੀ ਮਨੁੱਖ ਦੇ ਮਨ ਦੇ ਵਿੱਚ ਨਹੀਂ ਹੈਗਾ। ਏਕ ਭਗਤ ਭਗਵਾਨ ਜਿਹ ਪ੍ਰਾਨੀ ਕੇ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਕਹਿੰਦੇ ਜਿਵੇਂ ਇੱਕ ਸੂਰ ਤੇ ਇੱਕ ਕੂਕਰ ਤੋਂ ਭਾਵ ਹੈ ਕਿ ਇੱਕ ਜਿਵੇਂ ਸੂਰ ਦਾ ਤੇ ਕੁੱਤੇ ਦਾ ਸਰੀਰ ਹੁੰਦਾ ਹੈ, ਮਨੁੱਖ ਦੀ ਹਾਲਤ ਐਵੇਂ ਬਣ ਚੁੱਕੀ ਹੈ। ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ, ਉਵੇਂ ਇਸ ਕੂਕਰ ਵਰਗੀ, ਉਸ ਕੁੱਤੇ ਵਰਗੇ ਇਸ ਬੰਦੇ ਦੀ ਹਾਲਤ ਬਣ ਚੁੱਕੀ ਹੈ। ਕਿਉਂ? ਕਿਉਂਕਿ ਜਿਵੇਂ ਉਹ ਸੂਰ ਜਿਹੜਾ ਹੈ ਨਾ, ਉਹ ਗੰਦਗੀ ਖਾਂਦਾ ਰਹਿੰਦਾ ਹੈ। ਤੇ ਕਹਿੰਦੇ ਨੇ ਐਵੇਂ ਹੀ ਮਨੁੱਖ ਨੂੰ ਪਤਾ ਨਹੀਂ ਲੱਗਦਾ ਮੈਂ ਕੀ ਖਾਣਾ ਹੈ, ਕੀ ਛੱਡਣਾ ਹੈ। ਲੋਭੀ ਜੰਤ ਨਾ ਜਾਣੀ, ਭੱਖ ਅਭੱਖ ਸਭ ਖਾਏ। ਲੋਭੀ ਬੰਦੇ ਨੂੰ ਪਤਾ ਨਹੀਂ ਲੱਗਦਾ, ਲਾਲਚੀ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਮੈਂ ਕੀ ਖਾਣਾ ਹੈ, ਕੀ ਮੇਰੇ ਸਰੀਰ ਲਈ ਹਾਨੀਕਾਰਕ ਹੈ, ਕੀ ਲਾਭਦਾਇਕ ਹੈ। ਇਸ ਕਰਕੇ ਭੱਖ ਅਭੱਖ, ਖਾਣ ਵਾਲੀਆਂ ਚੀਜ਼ਾਂ, ਭੱਖ ਦਾ ਅਰਥ ਹੈ ਖਾਣ ਵਾਲੀਆਂ, ਅਭੱਖ ਦਾ ਅਰਥ ਜਿਹੜੀਆਂ ਨਹੀਂ ਵੀ ਖਾਣ ਵਾਲੀਆਂ ਚੀਜ਼ਾਂ ਉਹ ਵੀ ਖਾ ਜਾਂਦਾ ਹੈ। ਇੰਨਾ ਲਾਲਚੀ ਹੈ ਬੰਦਾ। ਭੱਖ ਅਭੱਖ ਸਭ ਖਾਏ। ਤੇ ਇਹਨੂੰ ਇਉਂ ਲੱਗਦਾ ਹੈ ਕਿ ਸ਼ਾਇਦ ਮੀਟ ਖਾਣਾ ਗੁਨਾਹ ਹੈ, ਆਂਡਾ ਖਾਣਾ ਗੁਨਾਹ ਹੈ, ਪਰ ਗੁਰਬਾਣੀ ਕਹਿੰਦੀ ਕੂੜ ਬੋਲ ਮੁਰਦਾਰ ਖਾਏ। ਜਿਹੜਾ ਬੰਦਾ ਝੂਠ ਬੋਲਦਾ ਹੈ ਉਹ ਮੁਰਦਾ ਖਾ ਰਿਹਾ ਹੈ। ਜਿਹੜਾ ਬੰਦਾ ਝੂਠ ਦੀ ਕਮਾਈ ਕਰਦਾ ਹੈ ਉਹ ਮੁਰਦਾ ਖਾ ਰਿਹਾ ਹੈ। ਹੁਣ ਇਹ ਮੁਰਦਾ ਖਾਣਾ ਤਾਂ ਇਸ ਮੀਟ ਦੇ ਸ਼ਰਾਬ ਦੇ ਨਾਲੋਂ ਵੀ ਜ਼ਿਆਦਾ ਭਿਆਨਕ ਹੈ, ਜ਼ਿਆਦਾ ਕਹਿਰਬਾਨ ਕੰਮ ਹੈ ਕਿ ਇਸ ਮੁਰਦਾ ਸਰੀਰ ਨੂੰ ਖਾ ਜਾਣਾ। ਤੇ ਮਨੁੱਖ ਕਹਿੰਦਾ ਹੈ ਕਿ ਨਹੀਂ, ਇਹ ਕੰਮ ਨਹੀਂ ਮੈਂ ਕਰ ਸਕਦਾ। ਬੰਦਾ ਠੱਗੀ ਮਾਰ ਸਕਦਾ ਹੈ, ਚੋਰੀ ਕਰ ਲੈਂਦਾ ਹੈ, ਧੋਖਾ ਕਰ ਲੈਂਦਾ ਹੈ, ਝੂਠ ਬੋਲਦਾ ਹੈ, ਤੇ ਰੱਬ ਨੂੰ ਕਮਲਿਆ ਬਣਾ ਰਿਹਾ ਹੁੰਦਾ ਵੀ ਬਾਬਾ ਜੀ ਮੈਂ ਮੀਟ ਨਹੀਂ ਖਾਂਦਾ, ਮੈਂ ਆਂਡਾ ਨਹੀਂ ਖਾਂਦਾ। ਠੱਗੀਆਂ ਮਾਰਦਾ ਨਾ, ਚੋਰੀਆਂ ਕਰਦਾ ਹੈ ਨਾ, ਬੁਰੇ ਕਰਮ ਕਰਦਾ ਹੈ, ਤੇ ਤੂੰ ਰੱਬ ਨੂੰ ਕਹਿ ਰਿਹਾ ਹੁੰਦਾ ਕਿ ਰੱਬ ਜੀ ਵੇਖੋ ਮੈਂ ਤੁਹਾਡੇ ਵਾਸਤੇ ਭੋਜਨ ਵੀ ਨਹੀਂ ਛਕਦਾ। ਤੇ ਮਹਾਰਾਜ ਜੀ ਕਹਿੰਦੇ ਨੇ, ਵੇਖ ਲੋਭੀ ਜੰਤ, ਜਦੋਂ ਅਕਾਲ ਪੁਰਖ ਪਰਮਾਤਮਾ ਨੇ ਤੈਨੂੰ ਰਿਜ਼ਕ ਦਿੱਤਾ, ਰੋਟੀ ਦਿੱਤੀ ਹੈ, ਤੂੰ ਉਹਨੂੰ ਛੱਡ ਕੇ ਤੇ ਪਰਮਾਤਮਾ ਨੂੰ ਲੱਭਦਾ ਪਿਆ ਹੈ। ਤੇ ਜਿਸ ਚੀਜ਼ ਨੂੰ ਪਰਮਾਤਮਾ ਨੇ ਛੱਡਣ ਵਾਸਤੇ ਕਿਹਾ ਸੀ, ਬੁਰੇ ਕਰਮ, ਲਾਲਚ, ਚੋਰੀ,
ਤੇ ਇਹ ਸਾਰਾ ਕੁਝ ਲੋਭੀ ਜੰਤ ਨਾ ਜਾਣੀ। ਕਹਿੰਦੇ ਲਾਲਚੀ ਬੰਦਾ ਤੇ ਲੋਭੀ ਬੰਦਾ ਜਾਣਦਾ ਨਹੀਂ, ਉਹ ਖਾਣ ਵਾਲੀਆਂ ਚੀਜ਼ਾਂ ਨਾ ਖਾਣ ਵਾਲੀਆਂ ਵੀ ਚੀਜ਼ਾਂ ਖਾ ਲੈਂਦਾ ਹੈ। ਤੇ ਗੁਰਬਾਣੀ ਕਹਿੰਦੀ ਹੈ ਫਿਰ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕਾ ਕੀਆ ਚੰਗਾ ਕਿਉ ਹੋਏ। ਜਿਹੜਾ ਚੋਰੀ ਕਰਨ ਵਾਲਾ ਬੰਦਾ ਹੈ, ਚੋਰੀ ਪੈਸੇ ਦੀ ਨਹੀਂ ਹੁੰਦੀ, ਚੋਰੀ ਉਹ ਹਰ ਇੱਕ ਚੀਜ਼ ਹੈ। ਜੋ ਬੰਦਾ ਮਾਪਿਓ ਤੋਂ ਚੋਰੀ ਕਰਦਾ ਹੈ, ਜੋ ਬੰਦਾ ਆਪਣੇ ਸੰਸਾਰ ਦੇ ਵਿੱਚੋਂ ਚੋਰੀ ਕਰਦਾ ਹੈ, ਜਿਸ ਨੂੰ ਆਪਾਂ ਚੋਰੀ ਕਹਿ ਸਕਦੇ ਆ, ਭਾਵੇਂ ਉਹ ਸਮਾਂ, ਰੁਪਈਆ, ਧਨ ਜਾਂ ਕੋਈ ਆਪਣੇ ਜੀਵਨ ਦਾ ਜਾਂ ਆਪਣਾ ਤਨ ਹੀ ਕਿਉਂ ਨਾ ਕਿਸੇ ਨੂੰ ਭੇਟ ਕਰਨਾ ਹੋਵੇ, ਚੋਰੀ ਉਹ ਹਰ ਇੱਕ ਚੀਜ਼ ਚੋਰੀ ਹੁੰਦੀ ਹੈ। ਤੋ ਇਸ ਕਰਕੇ ਗੁਰਬਾਣੀ ਨੇ ਇਹ ਸ਼ਬਦ ਸਾਨੂੰ ਬਖਸ਼ਿਸ਼ ਕੀਤਾ ਹੈ। ਕਹਿੰਦੇ ਵੀ ਚੋਰ ਕਰਨ ਵਾਲਾ, ਜਿਹੜਾ ਚੋਰੀ ਕਰਨ ਵਾਲਾ ਬੰਦਾ ਚੋਰ, ਜਿਹਨੂੰ ਪਤਾ ਲੱਗ ਜੇ ਤੇ ਉਹਦੀ ਹਾਮੀ ਕੋਈ ਨਹੀਂ ਭਰਦਾ, ਉਹਦਾ ਕੋਈ ਵੀ ਸਾਥ ਨਹੀਂ ਦਿੰਦਾ। ਚੋਰ ਕੀ ਹਾਮੀ ਭਰੇ ਨਾ ਕੋਏ, ਚੋਰ ਕਾ ਕੀਆ ਚੰਗਾ ਕਿਉ ਹੋਏ। ਕਿਉਂਕਿ ਚੋਰ ਨੇ ਆਪਣੀ ਮੱਤ ਅਨੁਸਾਰ ਹੀ ਸੋਚਣਾ, ਜਿਹਦੇ ਵਿੱਚ ਉਹਨੂੰ ਫਾਇਦਾ ਹੋਵੇ, ਜਿਹਦੇ ਵਿੱਚ ਉਹਨੂੰ ਲਾਭ ਹੋਵੇ। ਚੋਰ ਦੀ ਹਾਲਤ ਇਹੋ ਜਿਹੀ ਹੈ, ਉਹ ਇਹ ਨਹੀਂ ਵੇਖਦਾ ਕਿ ਦੂਜੇ ਦਾ ਭਲਾ ਹੋਵੇ, ਇਹਨੇ ਵੇਖਣਾ ਕਿ ਜਿਹਦੇ ਵਿੱਚੋਂ ਮੈਨੂੰ ਦਾ ਲੱਗਦਾ ਹੋਵੇ, ਮੇਰਾ ਫਾਇਦਾ ਹੁੰਦਾ ਹੋਵੇ, ਉਹ ਉਹਨੇ ਕੰਮ ਕਰਨੇ ਨੇ। ਸੋ ਇਸ ਕਰਕੇ ਕਹਿੰਦੇ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਨਾ, ਉਹ ਇੰਨੇ ਸਾਡੇ ਔਗਣ ਮਾਫ ਕਰਦਾ ਹੈ। ਗੁਰਬਾਣੀ ਨੇ ਤੇ ਵੈਸੇ ਇਹ ਗੱਲ ਸਾਨੂੰ ਸਪਸ਼ਟ ਤੌਰ ਤੇ ਆਖੀ ਹੈ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ। ਬੰਦਾ ਦਾ ਗਿਣਤੀ ਕਰਨ ਲੱਗੇ ਤਾਂ ਆ ਚੋਰੀਆਂ, ਲਾਲਚ, ਬੁਰੇ ਕਰਮ, ਝੂਠ ਬੋਲਣਾ, ਬੁਰਾਈਆਂ, ਵਿਕਾਰ ਕਰਨੇ, ਅੱਖਾਂ ਨਾਲ ਪਰਦ੍ਰਿਸ਼ਟ, ਕੰਨਾਂ ਨਾਲ ਨਿੰਦਿਆ ਸੁਣਨੀ, ਬਹੁਤ ਸਾਰੇ ਔਗਣ ਨੇ। ਪਰ ਗੁਰਬਾਣੀ ਨੇ ਆਖਿਆ ਜੇ ਸਾਰੇ ਮਿਲਾ ਕੇ ਚੱਲੀਏ ਨਾ ਤੇ ਜੇਤਾ ਸਮੁੰਦ ਸਾਗਰ ਨੀਰ ਭਰਿਆ, ਜਿੰਨੇ ਸਾਗਰ ਦੇ ਵਿੱਚ ਪਾਣੀ ਹੈ ਨਾ, ਇੰਨੇ ਔਗਣ ਨੇ ਸਾਡੇ, ਤੇ ਔਗਣ ਹਮਾਰੇ, ਇੰਨੇ ਜ਼ਿਆਦੇ ਔਗਣ ਨੇ। ਦਇਆ ਕਰੋ ਕਿਛ ਮਿਹਰਿਓ ਪਾਵੋ, ਹੇ ਮਹਾਰਾਜ ਜੀ ਦਇਆ ਕਰੋ, ਮਿਹਰ ਕਰੋ, ਡੁੱਬਦੇ ਪੱਥਰ ਤਾਰੇ। ਤੁਸੀਂ ਤਾਂ ਡੁੱਬਦੇ ਹੋਏ ਪੱਥਰਾਂ ਨੂੰ ਤਾਰ ਦਿੱਤਾ ਹੈ। ਜਿਆਰਾ ਅਗਨ ਬਰਾਬਰ ਤਪੇ, ਭੀਤਰ ਵਗੈ ਕਾਤੀ। ਜਿਹਨੂੰ ਕੋਈ ਚੋਰੀ ਨਹੀਂ ਕਰਨੀ, ਜਿਹਨੂੰ ਕੋਈ ਲਾਲਚ ਨਹੀਂ ਹੈ, ਜਿਹਨੂੰ ਕਿਸੇ ਨਾਲ ਕੋਈ ਵੈਰ ਨਹੀਂ ਹੈ, ਉਸ ਬੰਦੇ ਦਾ ਹਿਰਦਾ ਤਾਂ ਆਪੇ ਸ਼ਾਂਤ ਹੋਇਆ ਨਾ। ਜਿਹਨੂੰ ਕਿਸੇ ਨਾਲ ਕੋਈ ਵੈਰ ਹੀ ਨਹੀਂ ਹੈ, ਕਿਸੇ ਦਾ ਕੋਈ ਦਿਲ ਨਹੀਂ ਦਿਖਾਉਂਦਾ, ਕਿਸੇ ਨਾਲ ਕੋਈ ਵੈਰ ਭਾਵਨਾ ਨਹੀਂ ਹੈ, ਜਾਂ ਕਿਸੇ ਚੀਜ਼ ਵਸਤੂ ਦਾ ਡਰ ਹੀ ਨਹੀਂ ਹੈ, ਉਹਦੇ ਅੰਦਰ ਆਪਣੇ ਆਪ ਹੀ ਸ਼ਾਂਤੀ ਹੈ, ਉਹਨੂੰ ਡਰਨ ਦੀ ਲੋੜ ਹੀ ਨਹੀਂ ਹੈ। ਸੋ ਇਸ ਕਰਕੇ ਕਹਿੰਦੇ ਨੇ, ਅਸੀਂ ਗੁਰਬਾਣੀ ਨੂੰ ਕਹਿੰਦੇ ਆ ਮਹਾਰਾਜ ਜੀਅਰਾ ਅਗਨ, ਜਿੰਦ ਜਿਹੜੀ ਹੈ ਉਹ ਅੱਗ ਵਾਂਗੂ ਤਪਦੀ ਪਈ ਹੈ, ਅੱਗ ਦੇ ਵਾਂਗੂ। ਅਗਨ ਬਰਾਬਰ ਤਪੇ, ਭੀਤਰ ਵਗੈ ਕਾਤੀ। ਭੀਤਰ ਇੱਕ ਕੈਂਚੀ ਚੱਲਦੀ ਹੈ। ਪਰਣਵਤ ਨਾਨਕ ਹੁਕਮ ਪਛਾਣੇ। ਗੁਰਬਾਣੀ ਕਹਿੰਦੀ ਹੈ ਕਿ ਤੂੰ ਹੁਕਮ ਨੂੰ ਪਛਾਣ, ਹੁਕਮ ਨੂੰ ਬੁੱਝ। ਪਰਣਵਤ ਨਾਨਕ ਹੁਕਮ ਪਛਾਣੇ, ਸੁਖ ਹੋਵੇ ਦਿਨ ਰਾਤੀ। ਦਿਨ ਤੇ ਰਾਤ ਤੈਨੂੰ ਸੁੱਖ ਦੀ ਬਤੀਤ ਹੋਏਗੀ ਤੇਰੀ। ਰਾਤ ਨੂੰ ਨੀਂਦ ਵੀ ਸੌਖੀ ਆਏਗੀ, ਦਿਨ ਨੂੰ ਤੂੰ ਕੰਮ ਵੀ ਕਰ ਸਕਦਾ ਹੈ। ਸੁੱਖ ਹੋਵੇ ਦਿਨ ਰਾਤੀ। ਤੇ ਜੇ ਗੁਰਬਾਣੀ ਨੇ ਇਹ ਕਿਹਾ ਕਿ ਤੈਨੂੰ ਸੁੱਖ ਮਿਲੇਗਾ ਦਿਨ ਰਾਤ, ਹੋਰ ਸਾਨੂੰ ਕੀ ਚਾਹੀਦਾ ਹੈ? ਇਹੀ ਤਾਂ ਇੱਕ ਸ਼ਾਂਤੀ ਹੈ ਨਾ ਮਨ ਦੀ, ਕਿ ਸੁੱਖ ਮਿਲ ਜਾਵੇ, ਸ਼ਾਂਤੀ ਮਿਲ ਜਾਵੇ, ਸਾਡਾ ਮਨ ਸੰਤੋਖ ਦੇ ਵਿੱਚ ਆ ਜਾਵੇ, ਸਬਰ ਦੇ ਵਿੱਚ ਆ ਜਾਵੇ। ਭਗਤ ਨਾਮਦੇਵ ਜੀ ਕਹਿੰਦੇ, ਦੇਵਾ ਪਾਹਣ ਤਾਰੀ ਅਲੇ, ਹੇ ਰੱਬ ਜੀ ਤੂੰ ਤਾਂ ਪੱਥਰਾਂ ਨੂੰ ਵੀ ਤਾਰ ਦਿੱਤਾ। ਜਿਸ ਪੱਥਰ ਦੇ ਉੱਤੇ ਰਾਮ ਲਿਖਿਆ ਗਿਆ ਉਹ ਤਾਂ ਪੱਥਰ ਵੀ ਤਰ ਗਏ। ਸੋ ਇਸ ਤਰੀਕੇ ਦੇ ਨਾਲ, ਕਿਉਂਕਿ ਜਦੋਂ ਵੀ ਅਸੀਂ ਰਾਮ ਦੀ ਗੱਲ ਕਰਦੇ ਹਾਂ ਤੇ ਸਾਡਾ ਧਿਆਨ ਹਮੇਸ਼ਾ ਹੀ ਸ਼੍ਰੀ ਰਾਮ ਚੰਦਰ ਜੀ ਵੱਲ ਨੂੰ ਚਲੇ ਜਾਂਦਾ ਹੈ। ਇੱਕ ਕਾਰਨ ਹੁੰਦਾ, ਇੱਕ ਹੁੰਦਾ ਕਰਤਾ, ਇੱਕ ਹੁੰਦਾ ਕਾਰਨ। ਸੰਸਾਰ ਦੇ ਵਿੱਚ ਜਿਹੜਾ ਵੀ ਆਇਆ ਉਹ ਕਾਰਨ ਬਣਿਆ ਹੈ, ਤੇ ਕਰਤਾ ਸਿਰਫ ਅਕਾਲ ਪੁਰਖ ਪਰਮਾਤਮਾ ਹੈ। ਕਾਰਨ ਕੋਈ ਵੀ ਬਣ ਸਕਦਾ ਹੈ, ਪਰ ਕਰਤਾ ਕੋਈ ਨਹੀਂ ਬਣ ਸਕਦਾ। ਕਰਤਾ ਇੱਕ ਹੀ ਹੈ। ਕਾਰਨ ਸੰਸਾਰ ਦਾ ਹਰ ਇੱਕ ਜੀਵ ਹੈ ਜਿਹੜਾ ਸਾਨੂੰ ਪਰਮਾਤਮਾ ਦੇ ਨਾਲ ਜੋੜ ਦੇਵੇ। ਕੋਈ ਜਨ ਹਰਿ ਸਿਉ ਦੇਵੇ ਜੋਰ, ਚਰਨ ਗਹੋ ਬਕੋ ਸ਼ੁਭ ਰਸਨਾ ਦੀਜੇ ਪ੍ਰਾਣ ਅਕੋਰ। ਮੈਂ ਆਪਣੇ ਪ੍ਰਾਣ ਵੀ ਉਹਨੂੰ ਭੇਟਾ ਦੇ ਤੌਰ ਤੇ ਦੇ ਦੇਵਾਂ ਜਿਹੜਾ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦੇਵੇ। ਹੁਣ ਜਿਹੜੇ ਦੇ ਵਿੱਚ ਹਿੰਦੂ, ਮੁਸਲਿਮ, ਸਿੱਖ, ਈਸਾਈ ਕੋਈ ਵੀ ਆ ਸਕਦਾ ਹੈ। ਇਹ ਜ਼ਰੂਰੀ ਨਹੀਂ ਵੀ ਮੈਨੂੰ ਸਿੱਖ ਹੀ ਜੋੜ ਦੇਵੇ, ਕੋਈ ਵੀ ਬਣਾ ਦੇਵੇ ਪਰਮਾਤਮਾ ਦੇ ਨਾਲ। ਉਹ ਭਾਵੇਂ ਹਿੰਦੂ ਹੋਵੇ, ਭਾਵੇਂ ਸਿੱਖ ਹੋਵੇ, ਕਿਉਂਕਿ ਉਹਨੇ ਰੱਬ ਨੂੰ ਲੱਭਾ ਹੈ, ਉਹਨੇ ਪਰਮਾਤਮਾ ਨੂੰ ਪ੍ਰਾਪਤ ਕੀਤਾ ਹੈ। ਤੇ ਫਰੀਦ ਜੀ ਨੇ ਜਿਹੜੇ ਸਾਨੂੰ ਗੁਰਬਾਣੀ ਦੇ ਵਿੱਚ, ਉਹਨਾਂ ਨੇ ਕਿੰਨੀਆਂ ਉਦਾਹਰਨਾਂ ਦਿੱਤੀਆਂ ਨੇ, ਇੰਨੀਆਂ ਜ਼ਿਆਦੀਆਂ ਉਦਾਹਰਨਾਂ ਦਿੱਤੀਆਂ ਨੇ। ਉਹ ਕਹਿੰਦੇ ਨੇ, ਫਰੀਦਾ
ਰੁੱਖੀ ਸੁਖੀ ਕਾਇ ਕੇ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਇਹਦਾ ਮਤਲਬ ਪਤਾ ਕੀ ਹੈ? ਇਹਦਾ ਮਤਲਬ ਇਹ ਵੀ ਸਬਰ ਸੰਤੋਖ ਦੀ ਜਿਹੜੀ ਵੀ ਤੈਨੂੰ ਮਿਲਦੀ ਉਹ ਖਾ ਕੇ ਰੱਬ ਦਾ ਧੰਨਵਾਦ ਕਰ, ਰੱਬ ਦਾ ਸ਼ੁਕਰਾਨਾ ਕਰ। ਪਰ ਜੇ ਸੁੱਕੀ ਖਾਣ ਦੇ ਨਾਲ, ਕਿਉਂਕਿ ਅੱਜ ਦਾ ਸਮਾਂ ਹੀ ਇਹੋ ਜਿਹਾ ਹੈ, ਸਮਾਂ ਬਣ ਚੁੱਕਾ ਇਹੋ ਜਿਹਾ, ਕੁਦਰਤ ਵੈਸੇ ਬਹੁਤ ਵੱਡੀ ਕੁਦਰਤ ਹੈ ਕਿ ਉਹ ਜਿਹੜੀਆਂ ਚੀਜ਼ਾਂ ਕਿਤੇ ਪਖੰਡ ਹੁੰਦੀਆਂ ਸੀਗੀਆਂ ਉਹ ਅਸੀਂ ਉਹਨਾਂ ਨੂੰ ਮੰਨਣ ਲੱਗ ਪਏ, ਤੇ ਜਿਹੜੀਆਂ ਚੀਜ਼ਾਂ ਸੱਚਮੁੱਚ ਹੀ ਧਾਰਮਿਕ ਕਰਮ ਹੁੰਦੇ ਨੇ ਬੰਦਾ ਉਹਨਾਂ ਨੂੰ ਛੱਡ ਦਿੰਦਾ ਹੈ। ਜਿਹੜੀਆਂ ਪਖੰਡ ਚੀਜ਼ਾਂ ਸੀ ਬੰਦਾ ਹੌਲੀ ਹੌਲੀ ਉਹਨਾਂ ਨੂੰ ਇਕੱਠਿਆਂ ਕਰਨ ਲੱਗ ਪਿਆ। ਜਿਵੇਂ ਹੁਣ ਆਪ ਸਾਰੇ ਸਿਆਣੇ ਹੋ, ਗਊ ਨੂੰ ਮਾਤਾ ਕਿਉਂ ਆਖਿਆ ਜਾਂਦਾ ਸੀ? ਇਸ ਕਰਕੇ ਕਿ ਉਸ ਦਾ ਰਸਾ ਲਾਹ ਦਿੱਤਾ ਜਾਂਦਾ ਸੀ। ਜਿੰਨਾ ਚਿਰ ਉਹ ਦੁੱਧ ਦਿੰਦੀ ਸੀਗੀ ਉਹਨਾਂ ਚਿਰ ਮਾਲਕ ਉਹਨੂੰ ਰੱਖਦਾ ਹੈ, ਉਸ ਤੋਂ ਬਾਅਦ ਉਹਦਾ ਰਸਾ ਲਾ ਦਿੱਤਾ ਜਾਂਦਾ ਹੈ। ਤੇ ਉਸ ਜਾਨਵਰ ਦੀ ਕਦਰ ਕਰਨ ਵਾਸਤੇ, ਉਹਦੀ ਕੀਮਤ ਪਾਉਣ ਵਾਸਤੇ ਉਹਨੂੰ ਮਾਤਾ ਜਿਹੜਾ ਸ਼ਬਦ ਦੇ ਦਿੱਤਾ ਤਾਂ ਕਿ ਉਹਦੀ ਕੀਮਤ ਕਦਰ ਹੋਵੇ। ਪਰ ਕੀ ਲੋਕਾਂ ਨੇ ਸੱਚਮੁੱਚ ਹੀ ਉਹਦੀ ਕਦਰ ਜਾਣੀ? ਕਿਉਂਕਿ ਜੇ ਅੱਜ ਮਾਤਾ ਕਹਿਣ ਦੇ ਬਾਵਜੂਦ ਵੀ ਉਹਨੂੰ ਲਿਫਾਫੇ ਸੜਕਾਂ ਤੋਂ ਚੁੱਕ ਚੁੱਕ ਕੇ ਖਾਣੇ ਪੈਂਦੇ ਨੇ, ਤੇ ਜੇ ਉਹਨੂੰ ਮਾਤਾ ਨਾ ਕਿਹਾ ਜਾਂਦਾ ਤੇ ਤਦੋਂ ਤਾਂ ਹਾਲਤ ਇਹਦੋਂ ਵੀ ਜ਼ਿਆਦਾ ਗੰਭੀਰ ਹੋ ਜਾਣੀ ਸੀ। ਸੋ ਇਸ ਕਰਕੇ ਕੁਝ ਜਾਨਵਰਾਂ ਦੀ ਕੀਮਤ ਵਾਸਤੇ, ਉਹਨਾਂ ਦੀ ਕਦਰ ਵਾਸਤੇ ਕੁਝ ਸ਼ਬਦ ਨਾਲ ਜੋੜ ਦਿੱਤੇ ਗਏ। ਸੋ ਇਸੇ ਕਰਕੇ ਉਹੀ ਗਾਂ ਜਿਹਨੂੰ ਅਸੀਂ ਰੋਜ਼ ਕਿਤੇ ਟੱਕਰਾਂ ਮਾਰ ਕੇ, ਡੰਡੇ ਮਾਰ ਕੇ ਜਾਂਦੇ ਹੁੰਦੇ ਆ, ਦੁੱਖ ਆ ਜਾਵੇ, ਕਿਸੇ ਨੇ ਸਾਨੂੰ ਕਹਿ ਦਿੱਤਾ ਵੀ ਭਲਿਆ ਕਿਸੇ ਗਾਂ ਨੂੰ ਪੇੜਾ ਚਾਰਿਆ ਕਰ, ਤੇ ਅਸੀਂ ਉਸੇ ਗਾਂ ਨੂੰ ਫਿਰ ਲੱਭਦੇ ਪਏ ਹੁੰਨੇ ਵੀ ਜਿਹਨੂੰ ਕੱਲ ਟੱਕਰ ਮਾਰ ਕੇ ਆਇਆ ਸੀ ਮੈਂ ਗੱਡੀ ਦੇ ਨਾਲ, ਉਹ ਮੈਨੂੰ ਮਿਲ ਜਾਵੇ ਗਾਂ ਤੇ ਮੈਨੂੰ ਪੇੜਾ ਚਾਰ ਦੇਵਾਂ। ਇਹ ਬੰਦੇ ਦੀ ਹਾਲਤ ਹੈ। ਕਿਉਂਕਿ ਗੁਰਬਾਣੀ ਕਹਿੰਦੀ ਕਾਮ ਪਰੇ ਹਰ ਸਿਮਰਿਏ, ਕੰਮ ਪਿਆ ਅਸੀਂ ਰੱਬ ਨੂੰ ਸਿਮਰ ਲਿਆ। ਐਸਾ ਸਿਮਰੋ ਨਿਤ, ਇਹੋ ਜਿਹੇ ਰੱਬ ਨੂੰ ਹਮੇਸ਼ਾ ਸਿਮਰੋ। ਇਹ ਥੋੜਾ ਵੀ ਰੱਬ ਨਾਲ ਕੰਮ ਪੈ ਗਿਆ ਤੇ ਉਹਨੂੰ ਚੇਤੇ ਕਰ ਲਿਆ, ਜਦੋਂ ਕੰਮ ਪੂਰਾ ਹੋ ਗਿਆ ਉਹਨੂੰ ਛੱਡ ਦਿੱਤਾ। ਕਬੀਰ ਸਾਹਿਬ ਜੀ ਦਾ ਬਚਨ, ਕਾਮ ਪਰੇ ਹਰ ਸਿਮਰਿਏ। ਸੋ ਇਸ ਕਰਕੇ ਕੁਦਰਤ ਨੇ ਸਾਡੇ ਨਾਲ ਇਹ ਬੜੀ ਹਾਸੋਹੀਣੀ ਜੀ ਗੱਲ ਕਰ ਦਿੱਤੀ। ਅਸੀਂ ਕਹਿੰਦੇ ਵੀ ਕੀ ਚੋਪੜੀ ਦੇ ਵਿੱਚ ਕੀ ਸਵਾਦ ਹੁੰਦਾ ਹੈ ਤੇ ਰੁੱਖੀ ਦੇ ਵਿੱਚ ਕੀ ਸਵਾਦ ਹੁੰਦਾ ਹੈ। ਇਹ ਬਾਹਰੀ ਤੌਰ ਦੀ ਚੋਪੜੀ ਜਾਂ ਨਹੀਂ ਹੈਗੀ। ਅੱਜ ਸਾਰਾ ਸੰਸਾਰ ਜਿਹੜਾ ਉਹ ਇੰਨੀਆਂ ਬਿਮਾਰੀਆਂ ਤੋਂ ਡਰਿਆ ਪਿਆ ਹੈ, ਉਹਨੂੰ ਜਿਹੜਾ ਘਿਓ ਹੈ ਉਹ ਵੀ ਇੰਨਾ ਜ਼ਿਆਦਾ ਬੁਰਾ ਲੱਗਦਾ ਕਿ ਜੋ ਰੋਟੀ ਚੋਪੜ ਕੇ ਨਹੀਂ ਖਾ ਰਿਹਾ। ਫਿਰ ਤਾਂ ਪਰਮਾਤਮਾ ਉਹਦੇ ਘਰ 'ਚ ਬੈਠਾ ਹੋਣਾ ਚਾਹੀਦਾ ਸੀ ਕਿ ਬੰਦਿਆ ਤੂੰ ਤਾਂ ਰੋਟੀ ਚੋਪੜ ਕੇ ਨਹੀਂ ਖਾ ਰਿਹਾ। ਪਰ ਉਹ ਚੋਪੜੀ ਦੀ ਗੱਲ ਨਹੀਂ ਹੈ, ਇੱਥੇ ਸਬਰ ਵਾਲੀ ਚੋਪੜੀ ਦੀ ਗੱਲ ਹੈ। ਜਿੰਨਾ ਖਾਦੀ ਚੋਪੜੀ ਘੜੇ ਸਹਿਣਗੇ ਦੁੱਖ, ਉਹਨਾਂ ਨੂੰ ਦੁੱਖ ਸਹਿਣੇ ਪੈਣਗੇ। ਭਾਵ ਕਿ ਜਿਹੜਾ ਦੂਜਿਆਂ ਨੂੰ ਲੁੱਟ ਕੇ ਆਪ ਸੁੱਖ ਦੀ ਰੋਟੀ ਖਾਣੀ ਚਾਹੁੰਦਾ ਹੈ। ਬਾਕੀ ਜਿਹੜੀ ਬਾਹਰੀ ਤੌਰ ਤੇ ਚੋਪੜੀ ਹੈ ਜਾਂ ਰੋਟੀ ਚੋਪੜਨਾ ਨਾ ਚੋਪੜਨਾ, ਉਹ ਤਾਂ ਸਾਡੇ ਆਪ ਦੇ ਹਿਸਾਬ ਨਾਲ ਹੈ ਨਾ, ਕਿ ਅਸੀਂ ਮਹਿਸੂਸ ਕਰਨ ਲੱਗ ਪਏ। ਅੱਜ ਹਮੇਸ਼ਾ ਹੀ ਸੰਸਾਰ ਦੇ ਵਿੱਚ ਜਦੋਂ ਵੀ ਅਸੀਂ ਆਏ, ਅਕਾਲ ਪੁਰਖ ਪ੍ਰਮਾਤਮਾ ਨੂੰ ਅਸੀਂ ਜੰਮਦਿਆਂ ਹੀ ਪ੍ਰਮਾਤਮਾ ਨੂੰ ਲਾਂਭੇ ਦੇਣੇ ਆਰੰਭ ਕਰ ਦਿੱਤੇ ਹੈ। ਕੋਈ ਸ਼ੱਕ ਨਹੀਂ ਹੈਗਾ ਇਹਦੇ ਵਿੱਚ। ਜੋ ਅਸੀਂ ਸੰਸਾਰ ਦੇ ਵਿੱਚ ਆਏ, ਅਕਾਲ ਪੁਰਖ ਪ੍ਰਮਾਤਮਾ ਨੂੰ ਲਾਂਭੇ ਦੇਣ ਤੋਂ ਸਿਵਾਏ ਸਾਡੇ ਕੋਲ ਕੁਝ ਹੈਗਾ ਨਹੀਂ ਹੈ। ਹਮੇਸ਼ਾ ਹੀ ਜਦੋਂ ਅਸੀਂ ਪ੍ਰਮਾਤਮਾ ਨੂੰ ਸਿਮਰਨ ਦੀ ਗੱਲ ਕਰਦੇ ਹਾਂ, ਉਸੇ ਸਮੇਂ ਅਸੀਂ ਕਹਿ ਦਿੰਦੇ ਹਾਂ ਕਿ ਪ੍ਰਮਾਤਮਾ ਜੀਆਂ ਨੇ ਸਾਨੂੰ ਦਿੱਤਾ ਕੁਛ ਨਹੀਂ ਹੈ, ਸਾਡਾ ਬਚਪਨ ਸਾਡਾ ਸਹੀ ਨਹੀਂ ਹੈ, ਸਾਡਾ ਜਵਾਨੀ ਸਹੀ ਨਹੀਂ ਨਿਕਲ ਕੇ ਗਈ, ਉਸ ਤੋਂ ਬਾਅਦ ਕੀ ਰਹਿ ਜਾਂਦਾ ਹੈ, ਬੁਢੇਪਾ ਸਹੀ ਨਹੀਂ ਨਿਕਲ ਕੇ ਗਿਆ। ਬੰਦਾ ਸਾਰੀ ਉਮਰ ਰੱਬ ਨੂੰ ਕੋਸਦੇ ਹੀ ਕੱਢ ਦਿੰਦਾ ਹੈ ਕਿ ਰੱਬ ਨੇ ਦਿੱਤਾ ਹੀ ਕੁਛ ਨਹੀਂ ਹੈ। ਤੇ ਜਦੋਂ ਰੱਬ ਨੇ ਦੇ ਦਿੱਤਾ, ਉਦੋਂ ਬੰਦਾ ਕਹਿ ਦਿੰਦਾ ਵੀ ਹੁਣ ਚੋਪੜ ਕੇ ਰੋਟੀ ਨਾ ਦਿਓ। ਕਾਹਦੇ ਲਈ? ਕਹਿੰਦੇ ਜੀ ਮੈਨੂੰ ਪ੍ਰੋਬਲਮ ਹੈ, ਹਾਰਟ ਦੀ ਪ੍ਰੋਬਲਮ ਹੈ। ਜਦੋਂ ਨਹੀਂ ਸੀਗੀ ਉਦੋਂ ਤੂੰ ਰੱਬ ਨੂੰ ਕੋਸਦਾ ਸੀ, ਜਦੋਂ ਰੱਬ ਨੇ ਦੇ ਦਿੱਤਾ ਹੁਣ ਤੇ ਤੂੰ ਖਾਧੀ ਨਹੀਂ ਜਾ ਰਹੀ। ਸੋ ਇਸ ਕਰਕੇ ਰੱਬ ਜੀਆਂ ਨੇ ਜੋ ਕਰਨਾ ਹੈ ਉਹ ਸਹੀ ਹੈ। ਕੁਦਰਤ ਦਾ ਇੱਕ ਨਿਯਮ ਹੈ, ਜਿਹੜੀ ਚੀਜ਼ ਨਾਲ ਤੁਸੀਂ ਕਿਧਰੇ ਨਫ਼ਰਤ ਕਰਦੇ ਹੁੰਦੇ ਹੋ, ਉਹ ਚੀਜ਼ ਤੁਹਾਡੇ ਸਾਹਮਣੇ ਕਿਸੇ ਵਾਲੇ ਨੂੰ, ਉਸ ਵਸਤੂ ਦੇ ਨਾਲ ਤੁਹਾਡਾ ਮੋਹ ਪ੍ਰੇਮ ਬਣ ਜਾਂਦਾ ਹੈ। ਉਸ ਵਸਤੂ ਦੇ ਨਾਲ ਤੁਹਾਡਾ ਮਨ ਜਿਹੜਾ ਹੈ ਉਹ ਗਿੱਝ ਜਾਂਦਾ ਹੈ। ਸੋ ਇਸ ਕਰਕੇ ਹੁਣ ਅੱਜ ਵੀ ਦੇ ਸਮੇਂ ਦੇ ਵਿੱਚ ਵੇਖੋ, ਕਈ ਵਾਰੀ ਆਪਾਂ ਕਹਿੰਦੇ ਹੁੰਦੇ ਆ, ਕਈ ਵਾਰੀ ਅਨਾਉਂਸਮੈਂਟਾਂ ਵੀ ਹੋਈਆਂ ਹੋਣਗੀਆਂ ਕਿ ਜਦੋਂ ਬਾਹਰ ਗੇਟ ਤੇ ਖੜਾ ਹੋਇਆ ਵੀਰ, ਜਦੋਂ ਆਪਾਂ ਕਿਤੇ ਪਹਿਲੇ ਸਮੇਂ ਦੇ ਵਿੱਚ ਕਿਤੇ ਗੁਰਦੁਆਰਾ ਸਾਹਿਬ ਆਉਂਦੇ ਸੀ ਨਾ, ਤੇ ਜੇ ਕਿਤੇ ਮੂੰਹ ਬੰਨਿਆ ਹੋਣਾ ਤੇ ਉਹਨੇ ਸਾਨੂੰ ਦੂਰੋਂ ਹੀ ਟੋਕ ਦੇਣਾ ਵੀ ਭਾਈ ਮੂੰਹ ਤੇ ਰੁਮਾਲ ਬੰਨ ਕੇ ਨਹੀਂ ਆਉਣਾ ਅੰਦਰ, ਮੂੰਹ ਤੇ ਰੁਮਾਲ ਬੰਨ ਕੇ ਅੰਦਰ ਨਹੀਂ ਆਉਣਾ। ਹੁਣ ਉਸੇ ਗੁਰਦੁਆਰੇ 'ਚੋਂ ਇਹ ਅਨਾਉਂਸਮੈਂਟ ਹੋ ਰਹੀ ਹੁੰਦੀ ਵੀ ਮਾਸਕ ਲਾ ਕੇ ਆਇਆ ਕਰੋ। ਸੋ ਇਹਨਾਂ ਚੀਜ਼ਾਂ ਦੇ ਨਾਲ ਕੋਈ ਪ੍ਰਮਾਤਮਾ ਦਾ ਲੇਖਾ ਦੇਖਾ ਨਹੀਂ ਹੈਗਾ, ਉਹ ਪ੍ਰੇਮ ਦਾ ਮਾਰਗ ਹੈ। ਉਹ ਤਾਂ ਇਹ ਥੋੜਾ ਵੀ ਮੂੰਹ ਬੰਨ ਕੇ ਆਓ ਜਾਂ ਨਾ ਬੰਨ ਕੇ ਆਓ, ਇਸ ਨਾਲ ਕੋਈ ਵੀ ਫਰਕ ਨਹੀਂ ਪੈਂਦਾ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਸੋ ਇਸ ਕਰਕੇ ਜਿਹੜੀ ਮੁੱਖ ਗੱਲ ਹੈ ਉਹ ਪ੍ਰਮਾਤਮਾ ਦੇ ਨਾਲ ਹੈ।
ਸੋ ਇਸ ਕਰਕੇ ਖਾਣਾ ਨਹੀਂ ਖਾਣਾ, ਆਹ ਚੀਜ਼ ਛੱਡਣੀ, ਰੋਟੀ ਛੱਡ ਦਿਓ, ਇਹਨਾਂ ਨਾਲ ਪ੍ਰਮਾਤਮਾ ਦਾ ਕੋਈ ਸੰਬੰਧ ਨਹੀਂ ਹੈ। ਜਿਹੜੀਆਂ ਖਾਣ ਵਾਲੀਆਂ ਵਸਤੂਆਂ ਨੇ ਉਹ ਸਾਨੂੰ ਰੱਬ ਨੇ ਆਪ ਦਿੱਤੀਆਂ ਨੇ। ਜੇ ਇਹਨਾਂ ਨੂੰ ਛੱਡ ਕੇ ਅਸੀਂ ਪ੍ਰਮਾਤਮਾ ਨੂੰ ਲੱਭਣਾ ਤੇ ਪ੍ਰਮਾਤਮਾ ਦਿੰਦਾ ਹੀ ਕਿਉਂ ਸਾਨੂੰ? ਅਕਾਲ ਪੁਰਖ ਪ੍ਰਮਾਤਮਾ ਸਤਿਗੁਰੂ ਜੀ ਕਹਿੰਦੇ ਨੇ, ਸਭ ਜੀ ਤੇਰੇ ਤੂੰ, ਸਭ ਸਦਾ ਤੂੰ ਸਭ ਛਡਾਈ, ਸਾਰਿਆਂ ਨੂੰ ਛਡਾ ਦਿੰਦਾ ਹੈ, ਮੁਕਤ ਕਰ ਦਿੰਦਾ ਹੈ। ਦੇਵਾ ਪਾਹਣ ਤਾਰੀ ਵਾਲੇ ਤੇ ਕਹਿੰਦੇ ਨੇ ਗੁਰਬਾਣੀ ਕਹਿੰਦੀ ਵੇਖੋ ਹੁਣ ਜਿਹਨੂੰ ਰੱਬ ਪ੍ਰਾਪਤ ਹੋਣਾ ਚਾਹਵੇ ਤੇ ਰੱਬ ਐਵੇਂ ਥੋੜਾ ਪ੍ਰਾਪਤ ਮਿਲ ਜਾਂਦਾ ਹੈ, ਮਿਲ ਐਵੇਂ ਥੋੜਾ ਜਾਂਦਾ ਹੈ। ਬੂੜਤ ਕੋ ਜੈਸੇ ਬੇੜੀ ਮਿਲਤ, ਹੁਣ ਕਹਿੰਦੇ ਵੀ ਜਿਹੜਾ ਡੁੱਬਦਾ ਹੋਵੇ ਉਹਨੂੰ ਬੇੜੀ ਮਿਲ ਜਾਵੇ, ਡੁੱਬਦੇ ਬੰਦੇ ਨੂੰ ਬੇੜੀ ਮਿਲ ਜਾਵੇ ਤੇ ਉਸ ਬੰਦੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ, ਜਿਹੜਾ ਡੁੱਬਦਾ ਪਿਆ ਹੋਵੇ। ਬੂਝਤ ਦੀਪਕ ਮਿਲਤ ਤਿਲਤ, ਬੁਝਦੇ ਦੀਵੇ ਨੂੰ ਤੇਲ ਮਿਲ ਜਾਵੇ, ਉਹ ਹੋਰ ਰੋਸ਼ਨੀ ਜ਼ਿਆਦਾ ਦੇਗਾ, ਖੁਸ਼ ਹੋਏਗਾ ਉਹ। ਤੇ ਕਹਿੰਦੇ ਨੇ ਇਸੇ ਤਰੀਕੇ ਦੇ ਨਾਲ ਜਲਤ ਅਗਨੀ ਮਿਲਤ ਨੀਰ, ਅੱਗ ਦੇ ਵਿੱਚ ਸੜ ਰਿਹਾ ਜਿਹੜਾ ਇਨਸਾਨ ਹੈ, ਕਿਤੇ ਉਹਦੇ ਉੱਪਰ ਪਾਣੀ ਪਾ ਦਿੱਤਾ ਜਾਵੇ ਉਹ ਬਚ ਜਾਏਗਾ। ਸੋ ਐਸੇ ਕਰਕੇ ਕਹਿੰਦੇ ਨੇ ਜੈਸੇ ਬਾਰਖ ਮੁਖੇ ਖੀਰ, ਬੱਚਾ ਰੋਂਦਾ ਹੈ ਛੋਟਾ, ਮਾਂ ਉਹਨੂੰ ਦੁੱਧ ਦੇ ਦੇਵੇ ਤਾਂ ਉਹਦੀ ਖੁਸ਼ੀ ਦਾ ਟਿਕਾਣਾ ਨਹੀਂ ਹੈ, ਉਹਨੂੰ ਬਹੁਤ ਖੁਸ਼ੀ ਮਿਲਦੀ ਹੈ। ਇਸ ਕਰਕੇ ਅਸੀਂ ਡੁੱਬਦੇ ਹੋਏ ਜਦੋਂ ਅਰਦਾਸ ਕਰ ਲਵਾਂਗੇ ਨਾ, ਇਹ ਸਾਰੀਆਂ ਗੱਲਾਂ ਵੇਖੋ ਇੱਕ ਚੀਕ ਚਿਹਾੜੇ ਵਾਲੀਆਂ ਨੇ। ਡੁੱਬਦਾ ਬੰਦਾ ਵੀ ਚੀਕਾਂ ਮਾਰਦਾ ਹੈ, ਬਚਾਓ ਬਚਾਓ ਦੀ ਆਵਾਜ਼ ਕਰਦਾ ਹੈ। ਉਸ ਤੋਂ ਬਾਅਦ ਬੁਝਦਾ ਦੀਵਾ ਜਿਹੜਾ ਹੈ ਨਾ, ਉਹਦੀ ਆਵਾਜ਼ ਵੀ ਹੁੰਦੀ ਹੈ। ਕਈ ਵਾਰੀ ਵੇਖੋ ਜਿਵੇਂ ਖੰਭਾਂ ਦਾ ਖੜਾਕ ਆਉਂਦਾ ਨਾ ਕਿਸੇ ਚੀਜ਼ ਦਾ, ਜਾਂ ਵਰਕੇ ਫੋਲੋ, ਤਾਂ ਉਹਨਾਂ ਦੇ ਵਿੱਚ ਜਦੋਂ ਦੀਵਾ ਬੁਝਦਾ ਹੁੰਦਾ ਹੈ, ਉਹਦੀ ਜਿਹੜੀ ਲਾਟ ਹੈ ਉਹ ਹਿੱਲਣ ਲੱਗ ਪੈਂਦੀ ਹੈ, ਉਹਦੇ ਵਿੱਚੋਂ ਕਈ ਵਾਰ ਆਵਾਜ਼ ਵੀ ਆਉਂਦੀ ਹੈ। ਉਹ ਵੀ ਇੱਕ ਤਰਲਾ ਹੈ। ਫਿਰ ਉਸ ਤੋਂ ਬਾਅਦ ਜਿਹੜਾ ਅੱਗ ਦੇ ਵਿੱਚ ਸੜ ਰਿਹਾ ਬੰਦਾ ਹੁੰਦਾ ਹੈ, ਉਹ ਵੀ ਚੀਕਾਂ ਮਾਰਦਾ ਹੈ। ਜਿਸ ਬੱਚੇ ਨੂੰ ਦੁੱਧ ਦੀ ਪਿਆਸ ਲੱਗੀ ਹੁੰਦੀ ਹੈ, ਮਾਤਾ ਦਾ ਦੁੱਧ ਪੀਣਾ ਹੁੰਦਾ, ਉਹ ਵੀ ਰੋ ਰਿਹਾ ਹੁੰਦਾ ਹੈ। ਸੋ ਰੱਬ ਜੀਆਂ ਦੇ ਅੱਗੇ ਆਪਾਂ ਕਿਉਂ ਨਹੀਂ ਅਰਦਾਸ ਇਹ ਕਰਦੇ ਕਿ ਸਤਿਗੁਰੂ ਜੀਓ ਦਰਸ਼ਨ ਪਿਆਸੀ ਦਿਨਸ ਰਾਤ ਚਿਤਬੋ ਅਣਦਿਨ ਨੀਤ। ਅਸੀਂ ਪ੍ਰਮਾਤਮਾ ਦੇ ਅੱਗੇ ਇਹੀ ਅਰਦਾਸ ਕਰੀਏ ਨਾ, ਮਹਾਰਾਜ ਜੀ ਹੁਣ ਸਾਨੂੰ ਮਿਲੋ, ਹੁਣ ਸਾਨੂੰ ਪ੍ਰਾਪਤ ਹੋ। ਏਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੇ, ਕਹਿੰਦੇ ਨੇ ਇੱਕ ਬੂੰਦ ਸਵੰਤੀ ਬੂੰਦ ਵਾਸਤੇ ਚਾਤਰਕ ਦੁੱਖ ਹੀ ਹੁੰਦਾ ਹੈ, ਦੁਖੀ ਹੁੰਦਾ ਹੈ। ਉਹ ਰੋਂਦਾ ਰੋਂਦਾ ਵਿਚਾਰਾ ਮਰ ਜਾਵੇ। ਹੁਣ ਇੱਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੇ, ਚਾਤਰਕ ਰੋਂਦਾ ਰਿਹਾ, ਰੱਬ ਦੇ ਅੱਗੇ ਪ੍ਰਿਓ ਪ੍ਰਿਓ ਕਰਦਾ ਰਿਹਾ, ਤੇ ਕਹਿੰਦੇ ਆਖਰਕਾਰ ਉਹ ਮਰ ਗਿਆ, ਚਲਾ ਗਿਆ ਸੰਸਾਰ ਦੇ ਵਿੱਚੋਂ। ਉਸ ਤੋਂ ਬਾਅਦ ਉਸ ਚਾਤਰਕ ਨੂੰ ਜਾ ਕੇ ਸਮੁੰਦਰ ਦੇ ਵਿੱਚ ਡੁਬੋ ਦਿਓ, ਸਮੁੰਦਰ ਦੇ ਵਿੱਚ ਲੈ ਜਾਵੋ। ਲੈ ਤੂੰ ਇੱਕ ਬੂੰਦ ਨੂੰ ਤਰਸਦਾ ਪਿਆ ਸੀ, ਆਹ ਦੇਖ ਤੇਰੇ ਲਈ ਸਮੁੰਦਰ ਆ ਗਿਆ। ਪਰ ਹੁਣ ਕੋਈ ਫਾਇਦਾ ਨਹੀਂ ਹੈ, ਹੁਣ ਕੋਈ ਉਸ ਚੀਜ਼ ਦਾ ਲਾਭ ਨਹੀਂ ਹੈ, ਕਿਉਂਕਿ ਹੁਣ ਤਾਂ ਉਹ ਮਰ ਚੁੱਕਾ ਹੈ। ਤੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੇ। ਜਦੋਂ ਪ੍ਰਾਣ ਹੀ ਨਿਕਲ ਗਏ ਉਸ ਤੋਂ ਬਾਅਦ ਫਿਰ ਸਾਗਰ ਮਿਲ ਜਾਵੇ ਉਸ ਚਾਤਰਕ ਨੂੰ, ਕੀ ਕੰਮ ਆਏਗਾ? ਕਿਸੇ ਵੀ ਕੰਮ ਨਹੀਂ ਹੈ। ਸੋ ਇਸ ਕਰਕੇ ਗੁਰਬਾਣੀ ਕਹਿੰਦੀ ਹੈ ਕਿ ਰੱਬ ਜੀ ਹੁਣ ਮਿਲਣਾ, ਜੇ ਮਿਲਣਾ ਹੈ ਤੇ ਹੁਣ ਸਾਡੇ ਕੋਲ ਸਮਾਂ, ਅੱਜ ਅਸੀਂ ਤੈਨੂੰ ਪ੍ਰਾਪਤ ਕਰਨਾ ਚਾਹ ਰਹੇ ਹਾਂ, ਅੱਜ ਅਸੀਂ ਤੇਰੇ ਅੱਗੇ ਤਰਲਾ ਪਾ ਰਹੇ ਹਾਂ ਕਿ ਸਾਨੂੰ ਮਿਲ। ਜਦੋਂ ਅਸੀਂ ਮਾਰੀ ਗਏ ਉਸ ਤੋਂ ਬਾਅਦ ਤੂੰ ਮੁਕਤੀ ਦਿੱਤੀ ਤਾਂ ਕੀ ਫਾਇਦਾ ਨਿਕਲਿਆ ਸਾਨੂੰ? ਅਸੀਂ ਮਰ ਕੇ ਮੁਕਤ ਹੋਏ ਤਾਂ ਕੀ ਲਾਭ ਮਿਲਿਆ? ਕੁਛ ਲਾਭ ਨਹੀਂ ਨਾ ਮਿਲਿਆ। ਸੰਸਾਰ ਦੇ ਦੁੱਖਾਂ ਤੋਂ ਤੰਗ ਹੋ ਕੇ ਅਸੀਂ ਰੱਬ ਜੀ ਤੇਰੇ ਅੱਗੇ ਤਰਲੇ ਪਾਏ, ਤੇਰੇ ਅੱਗੇ ਅਰਦਾਸਾਂ ਕੀਤੀਆਂ, ਤੇ ਉਦੋਂ ਤੂੰ ਸਾਨੂੰ ਨਹੀਂ ਮਿਲਿਆ, ਤੇ ਮਰਨ ਤੋਂ ਬਾਅਦ ਤੂੰ ਸਾਨੂੰ ਦਰਸ਼ਨ ਦੇਵੇ, ਸਾਨੂੰ ਇਹਦਾ ਕੋਈ ਲਾਭ ਨਹੀਂ ਹੈਗਾ, ਇਸ ਦਾ ਸਾਨੂੰ ਕੋਈ ਫਾਇਦਾ ਨਹੀਂ ਹੈਗਾ। ਪਰ ਗੁਰਬਾਣੀ ਪਤਾ ਕੀ ਕਹਿੰਦੀ ਹੈ? ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਜਦੋਂ ਤੂੰ ਪ੍ਰਮਾਤਮਾ ਨੂੰ ਪ੍ਰੇਮ ਨਾਲ ਚੇਤੇ ਕਰੇਗਾ ਨਾ, ਤੇ ਪ੍ਰਮਾਤਮਾ ਬਹੁਤ ਵੱਡਾ ਸਮਰੱਥ ਹੈ, ਇੰਨਾ ਵੱਡਾ ਸਮਰੱਥ ਹੈ ਕਿ ਉਹਨੂੰ ਤੇਰੇ ਕੋਲ ਆਉਣਾ ਹੀ ਪੈਣਾ ਹੈ, ਉਹਨੂੰ ਤੇਰੇ ਕੋਲ ਪਹੁੰਚਣਾ ਹੀ ਪੈਣਾ ਹੈ। ਜੇ ਤੂੰ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ ਯਾਦ ਕਰ ਲਵੇਂਗਾ ਤੇ ਭਾਵਨਾ ਦੇ ਨਾਲ ਚੇਤੇ ਕਰ ਲਵੇਂਗਾ, ਤੇ ਉਹਨੂੰ ਤੇਰੇ ਕੋਲ ਆਉਣਾ ਹੀ ਪੈਣਾ ਹੈ। ਸਾਈਂ ਦਾਸ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਸੰਢੂ ਹੈ, ਤੇ ਵੱਡਾ ਵੀ ਹੈ ਗੁਰੂ ਹਰਗੋਬਿੰਦ ਸਾਹਿਬ ਜੀਆਂ ਤੋਂ ਉਮਰ ਤੋਂ। ਸਾਈਂ ਦਾਸ ਨੇ ਆਪਣਾ ਨਵਾਂ ਮਕਾਨ ਲਿਆ, ਬੀਬੀ ਰਾਮੋ ਉਹਨਾਂ ਦੀ ਪਤਨੀ ਹੈ, ਨਵਾਂ ਮਕਾਨ ਲਿਆ, ਤੇ ਮਨ ਦੇ ਵਿੱਚ ਇੱਕ ਇੱਛਾ ਪ੍ਰਗਟ ਕੀਤੀ ਕਿ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਚਰਨ ਇਸ ਮਕਾਨ ਦੇ ਵਿੱਚ ਪੈਣਗੇ, ਉਸ ਤੋਂ ਬਾਅਦ ਅਸੀਂ ਪ੍ਰਵੇਸ਼ ਕਰਾਂਗੇ।
ਇੱਛਾ ਪ੍ਰਗਟ ਕੀਤੀ ਤੇ ਅਰਦਾਸ ਕਰਨ ਲੱਗ ਪਿਆ। ਕਈ ਦਿਨ ਬੀਤ ਗਏ, ਕਹਿੰਦੇ ਨੇ 2-3 ਦਿਨ ਬੀਤ ਗਏ ਤੇ ਅੱਖਾਂ ਦੇ ਵਿੱਚੋਂ ਪਾਣੀ ਵਗਦਾ ਹੈ। ਭਾਵੇਂ ਕਿ ਸਾਂਢੂ ਹੈ, ਪਰ ਗੁਰੂ ਤੇ ਸਿੱਖ ਦੀ ਪ੍ਰੀਤ ਬੜੀ ਡਾਢੀ ਹੈ। ਰੋਜ਼ ਰੋਣਾ ਤੇ ਪਤਨੀ ਨੇ ਕਹਿਣਾ ਹਾਲਤ ਵੇਖ ਕੇ, ਕਹਿੰਦੇ ਆਪਾਂ ਚਿੱਠੀ ਲਿਖ ਕੇ ਭੇਜ ਦਈਏ। ਉਹ ਕਹਿੰਦੇ ਨਹੀਂ, ਚਿੱਠੀ ਵੀ ਨਹੀਂ ਲਿਖ ਕੇ ਭੇਜਣੀ। ਫਿਰ ਦੂਜੇ ਤੀਜੇ ਦਿਨ ਕਿਹਾ ਵੀ ਆਪਾਂ ਕੋਈ ਸੇਵਕ ਹੀ ਭੇਜ ਦਈਏ, ਗੁਰੂ ਸਾਹਿਬ ਜੀ ਨੂੰ ਸੁਨੇਹਾ ਹੀ ਦੇ ਦਈਏ ਜਾ ਕੇ। ਉਹ ਕਹਿੰਦੇ ਨਹੀਂ, ਸੁਨੇਹਾ ਵੀ ਨਹੀਂ ਦੇਣਾ, ਆਉਣਗੇ ਤਾਂ ਆਪਣੇ ਆਪ ਹੀ ਆਉਣਗੇ। ਜਦੋਂ ਇੰਨੀ ਗੱਲ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਮਾਤਾ ਦਮੋਦਰੀ ਜੀ ਨੂੰ ਪਹਿਲਾਂ ਭੇਜ ਦਿੱਤਾ ਕਿ ਤੁਸੀਂ ਉਹਨਾਂ ਦੇ ਕੋਲ ਪਹੁੰਚਣਾ ਕਰੋ, ਕਿਉਂਕਿ ਉਥੇ ਗੁਰਸਿੱਖ ਸਾਈਂ ਦਾਸ ਸਾਨੂੰ ਚੇਤੇ ਕਰਦਾ ਪਿਆ ਹੈ। ਕੋਈ ਸੁਨੇਹਾ ਨਹੀਂ ਭੇਜਿਆ, ਕੋਈ ਚਿੱਠੀ ਨਹੀਂ ਭੇਜੀ, ਕਿਸੇ ਵੀ ਪ੍ਰਕਾਰ ਦਾ ਕੋਈ ਵੀ, ਪਰ ਸਿਰਫ ਪ੍ਰੇਮ ਦੀ ਖਿੱਚ ਹੈ। ਤੇ ਜਦੋਂ ਇਸ ਤਰੀਕੇ ਦੇ ਨਾਲ ਮਾਤਾ ਦਮੋਦਰੀ ਜੀ ਆਏ, ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਪਹੁੰਚਦੇ ਨੇ। ਤੇ ਸਭ ਤੋਂ ਪਹਿਲਾ ਕਦਮ ਜਿਹੜਾ ਹੈ ਗੁਰੂ ਹਰਗੋਬਿੰਦ ਸਾਹਿਬ ਜੀਆਂ ਦਾ, ਉਹਨਾਂ ਨੇ ਆਪਣੇ ਮਕਾਨ ਦੇ ਵਿੱਚ ਨਵੇਂ ਲਏ ਬਣਾਏ, ਘਰ ਦੇ ਵਿੱਚ ਪਵਾਏ, ਚਰਨ ਪਵਾਏ, ਕੋਈ ਸੁਨੇਹਾ ਨਹੀਂ ਭੇਜਿਆ। ਸੋ ਸਤਿਗੁਰੂ ਜੀ ਦੇ ਅੰਦਰ ਦੀ ਜਿਹੜੀ ਪ੍ਰੇਮ ਦੀ ਖਿੱਚ ਹੈ, ਜੇ ਭਗਤ ਧੰਨਾ ਜੀ ਨੂੰ ਪੁੱਛਿਆ ਜਾਵੇ ਤੇ ਉਹਨਾਂ ਨੇ ਵੀ ਕੀ ਕੀਤਾ ਸੀ, ਇਹੀ ਗੱਲ ਆਖੀ ਸੀ ਨਾ, ਜੇ ਪ੍ਰਗਟ ਹੋਵੇਗਾ ਤੇ ਤੇਰੇ ਨਾਲ ਮੇਰੀ ਦੋਸਤੀ ਹੈ, ਜੇ ਨਹੀਂ ਪ੍ਰਗਟ ਹੋਵੇਗਾ ਤੇ ਮੇਰੀ ਤੇਰੀ ਮਿੱਤਰਤਾ ਨਹੀਂ ਨਿਭ ਸਕਦੀ। ਕਹੋ ਕਬੀਰ ਭਗਤ ਕਰ ਪਾਇਆ। ਕਬੀਰ ਸਾਹਿਬ ਜੀ ਕਹਿੰਦੇ ਨੇ ਭਗਤੀ ਕਰਕੇ ਰੱਬ ਜੀ ਨੂੰ ਲੱਭਾ। ਭੋਲੇ ਭਾਏ ਮਿਲੇ ਰਘੁਰਾਇਆ। ਭੋਲੇ ਸੁਭਾਅ ਦੇ ਨਾਲ ਅਕਾਲ ਪੁਰਖ ਪਰਮਾਤਮਾ ਪ੍ਰਾਪਤ ਹੁੰਦਾ ਹੈ। ਚਤੁਰਾਈ ਨਾ ਚਤੁਰਭੁਜ ਪਾਈਏ। ਚਤੁਰਾਈਆਂ ਦੇ ਨਾਲ ਚਤੁਰਭੁਜ ਪਰਮਾਤਮਾ ਨਹੀਂ ਲੱਭ ਸਕਦਾ। ਉਹਨੂੰ ਅਕਾਲ ਪੁਰਖ ਪਰਮਾਤਮਾ ਨੂੰ ਅੰਦਰ ਦਾ ਜਿਹੜਾ ਖੇੜਾ ਹੈ, ਅੰਦਰ ਦੀ ਪ੍ਰੀਤ ਚਾਹੀਦੀ ਹੈ। ਜਿਵੇਂ ਗੁਰਬਾਣੀ ਕਹਿੰਦੀ ਹੈ ਨਾ ਕਿ ਮੈਂ ਮਨ ਤਨ ਪ੍ਰੇਮ ਪ੍ਰਮ ਕਾ, ਮੇਰੇ ਮਨ ਤੇ ਮੇਰੇ ਤਨ ਦੇ ਵਿੱਚ ਪ੍ਰਮਾਤਮਾ ਦੇ ਪ੍ਰੇਮ ਦਾ ਜਿਹੜਾ ਬੜੀ ਖਿੱਚ ਪੈ ਰਹੀ ਹੈ, ਬੜੀ ਅੱਠੇ ਪੈਰ ਲਗਨ। ਹੁਣ ਪਿਆਸੇ ਬੰਦੇ ਨੂੰ ਕੀ ਚਾਹੀਦਾ ਹੈ? ਉਹਨੂੰ ਪਿਆਸ ਲੱਗੀ ਹੋਵੇ ਤੇ ਉਹ ਬੰਦਾ ਪਾਣੀ ਮੰਗੇਗਾ ਨਾ, ਤੇ ਪਾਣੀ ਪੀਣ ਵਾਸਤੇ ਉਹ ਕਿੰਨੇ ਤਰਲੇ ਮਾਰੇਗਾ, ਬਹੁਤ ਜ਼ਿਆਦਾ। ਉਹਨੂੰ ਪਤਾ ਹੈ ਕਿ ਜੇ ਕਿਧਰੇ ਮੈਨੂੰ ਪਾਣੀ ਨਾ ਮਿਲਿਆ ਮੇਰੇ ਪ੍ਰਾਣ ਨਿਕਲ ਜਾਣੇ ਨੇ, ਮੇਰੇ ਪ੍ਰਾਣ ਚਲੇ ਜਾਣੇ ਨੇ। ਇਸੇ ਤਰ੍ਹਾਂ ਗੁਰਬਾਣੀ ਕਹਿੰਦੀ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਕਹਿੰਦੇ ਜਿਵੇਂ ਪਾਣੀ ਤੋਂ ਬਿਨਾ ਮਨੁੱਖ ਮਰ ਜਾਏਗਾ, ਉਹਨੂੰ ਪਾਣੀ ਨਾ ਮਿਲੇ ਅੰਦਰ ਸੁੱਕ ਜਾਏਗਾ, ਫਿਰ ਉਸ ਤੋਂ ਬਾਅਦ ਉਹਦੀ ਮੌਤ ਹੋ ਜਾਏਗੀ। ਤਿਵੇਂ ਜਿਨ੍ਹਾਂ ਦੇ ਨਾਲ ਪ੍ਰਮਾਤਮਾ ਦੀ ਪ੍ਰੀਤ, ਜਾਂ ਜਿਹੜੇ ਮਨੁੱਖ ਪ੍ਰਮਾਤਮਾ ਨੂੰ ਹਿਰਦੇ ਤੋਂ ਚੇਤੇ ਕਰਦੇ ਨੇ, ਉਹ ਕਹਿੰਦੇ ਨੇ ਮਹਾਰਾਜ ਹੁਣ ਸਾਨੂੰ ਮਿਲ ਲੈ ਆਣ ਕੇ, ਹੁਣ ਸਾਨੂੰ ਦਰਸ਼ਨ ਦੇ, ਅਸੀਂ ਤੇਰੇ ਤੋਂ ਬਿਨਾ ਮਰ ਜਾਵਾਂਗੇ। ਆਖਾਂ ਜੀਵਾਂ ਵਿਸਰੇ ਮਰ ਜਾਓ। ਜਿੰਨਾ ਚਿਰ ਮੈਂ ਆਖਦਾ ਰਹਿਣਾ ਵਾ ਉਹਨਾਂ ਚਿਰ ਮੇਰੇ ਅੰਦਰ ਪ੍ਰੀਤ ਬਣੀ ਰਹਿੰਦੀ ਹੈ। ਤੇ ਜੇ ਉਹ ਮੈਂ ਨਾ ਆਖਾਂ, ਰੱਬ ਜੀ ਨੂੰ ਨਾ ਚੇਤੇ ਕਰਾਂ, ਮੈਨੂੰ ਐ ਲੱਗਦਾ ਕਿ ਮੈਂ ਆਤਮਕ ਮੌਤ ਸਹੇੜ ਲਈ ਹੈ, ਮੌਤ ਆ ਗਈ ਹੈ ਮੈਨੂੰ। ਸਤਿਗੁਰੂ ਜੀ ਕਹਿੰਦੇ ਨੇ ਅੱਠੇ ਪੈਰ ਲਗਨ। ਹੁਣ ਅੱਠੇ ਪੈਰ ਪਿਆਸ ਲੱਗੀ ਹੋਈ ਹੈ ਪ੍ਰਮਾਤਮਾ ਜੀ ਦੇ ਦਰਸ਼ਨਾਂ ਦੀ, ਦਰਸ਼ਨ ਪਿਆਸੀ ਦਿਨ ਸਰਾਤ। ਹੁਣ ਜਿੰਨਾ ਚਿਰ ਉਹ ਦਰਸ਼ਨ ਨਹੀਂ ਦੇਵੇਗਾ, ਰੱਬ ਜੀ ਆਣ ਕੇ ਪ੍ਰਗਟ ਨਹੀਂ ਹੋਵੇਗਾ, ਉਹਨਾਂ ਚਿਰ ਇਹ ਬੰਦੇ ਦੀ ਹਾਲਤ ਸਹੀ ਨਹੀਂ ਹੋ ਸਕਦੀ। ਪਰ ਇੰਨਾ ਇੰਤਜ਼ਾਰ, ਇੰਨਾ ਸਬਰ ਕੌਣ ਕਰੇ? ਅਸਲ ਦੇ ਵਿੱਚ ਹੈ ਤਾਂ ਉਹ ਕਹਾਣੀ ਹੈ ਜਿਹੜਾ ਪਿਆਸੇ ਕਾਂ ਵਾਲੀ, ਥਰਸਟੀ ਕਰੋ ਵਾਲੀ। ਪਰ ਉਹਨੇ ਕੀ ਕੀਤਾ ਹੈ, ਸਾਨੂੰ ਇਹ ਨਹੀਂ ਵੇਖਣਾ ਪੈਂਦਾ ਵੀ ਉਹ ਕਾਂ ਚਲਾਕ ਕਿੰਨਾ ਸੀ। ਹੈ ਵੇ ਚਲਾਕ ਹੋਵੇ ਨਾ ਹੋਵੇ, ਗੰਦਗੀ ਖਾਂਦਾ, ਜੋ ਮਰਜੀ, ਉਹ ਗੱਲ ਵੱਖਰੀ ਇੱਕ, ਪਰ ਉਹਦਾ ਸਬਰ ਕਿੱਡਾ ਵੱਡਾ ਸੀ। ਉੱਡ ਕੇ ਆਇਆ, ਘੜਾ ਦੇਖਿਆ, ਘੜੇ ਦੇ ਵਿੱਚ ਥੋੜਾ ਪਾਣੀ ਵੇਖਿਆ, ਉਹਦੇ ਵਿੱਚ ਉਹਨੇ ਉਹ ਕੰਕਰ ਪਾਏ। ਕੰਕਰ ਪਾਉਂਦਿਆਂ ਪਾਉਂਦਿਆਂ ਉਹਦਾ ਸਬਰ ਵੇਖੋ, ਉਹਨੇ ਕੰਕਰਾਂ ਦੇ ਨਾਲ ਪਾਣੀ ਨੂੰ ਉੱਤੇ ਲੈ ਕੇ ਆਂਦਾ। ਕੰਕਰ ਪਾਏ, ਭਾਵੇਂ ਇੱਕ ਕਹਾਣੀ ਹੈ, ਪਰ ਉਹਦਾ ਸਬਰ ਕਿੱਡਾ ਵੱਡਾ ਸੀ। ਪਾਣੀ ਸਾਹਮਣੇ ਪਿਆ ਹੈ, ਪਰ ਉਹਨੇ ਉਹ ਸਬਰ ਕਰਕੇ ਉਹਨੇ ਸਕੀਮ ਲਾ ਕੇ ਪਾਣੀ ਨੂੰ ਉੱਪਰ ਕੱਢ ਲਿਆ। ਸੋ ਐਵੇਂ ਕਰਕੇ ਹੀ ਸਾਡੇ ਕੋਲ ਸਬਰ ਨਹੀਂ ਹੈਗਾ, ਸਾਡੇ ਕੋਲ ਸਬਰ ਨਹੀਂ ਹੈਗਾ। ਜੇ ਉਹਦੇ ਵਾਂਗੂ ਸਬਰ ਹੋਵੇ ਤੇ ਸਾਨੂੰ ਵੀ ਪ੍ਰਮਾਤਮਾ ਮਿਲ ਜਾਵੇ, ਪਰ ਅਸੀਂ ਸਬਰ ਨਹੀਂ ਹੈ। 4 ਦਿਨ ਅਸੀਂ ਬਾਣੀ ਪੜ੍ਹਦੇ ਆ, ਉਸ ਤੋਂ ਬਾਅਦ ਉਸ ਅੰਧਲੇ ਵਾਂਗੂ ਜਿਹਨੇ ਭਾਰ ਚੁੱਕਿਆ ਹੈ, ਰਸਤਾ ਟੇਢਾ ਮੇਢਾ ਹੈ, ਪਹਾੜੀ ਰਸਤਾ ਹੈ, ਦਿਸ ਕੋਈ ਨਹੀਂ ਰਿਹਾ, ਤੇ ਉਹ ਕਿੰਨਾ ਕੁ ਚੱਲ ਸਕੇਗਾ? 4 ਕਦਮ ਚੱਲੇਗਾ, ਬਾਅਦ ਵਿੱਚ ਥੱਕ ਜਾਏਗਾ। ਉਹ ਆਖੇਗਾ ਕਿ ਪਹਾੜੀ ਰਸਤਾ ਹੈ, ਪੱਥਰਾਂ ਦੇ ਨਾਲ ਠੋਕਰਾਂ ਵੱਜ ਕੇ ਮੇਰੇ ਗੂਠੇ ਛਿੱਲੇ ਗਏ ਨੇ ਪੈਰਾਂ ਦੇ, ਮੇਰੇ ਨਾਖੂਨ ਪੁੱਟੇ ਗਏ ਨੇ, ਇਸ ਤੋਂ ਅੱਗੇ ਮੈਂ ਨਹੀਂ ਚੱਲ ਸਕਦਾ। ਬੰਦੇ ਦੀ ਹਾਲਤ ਵੀ ਐਵੇਂ ਹੀ ਹੈ, ਔਗਣਾ ਦਾ ਸਿਰ ਤੇ ਭਾਰ ਹੈ, ਠੋਕਰਾਂ ਵੱਜਦੀਆਂ ਨੇ,
ਤੇ ਪ੍ਰਮਾਤਮਾ ਦੇ ਮਾਰਗ ਤੋਂ ਪਹਿਲਾਂ ਹੀ ਪਹੁੰਚਦਿਆਂ ਥੱਕ ਜਾਂਦਾ, ਅੱਕ ਜਾਂਦਾ, ਕਹਿੰਦਾ ਮੇਰੇ ਵੱਸ ਦੀ ਇਹ ਗੱਲ ਨਹੀਂ ਹੈਗੀ, ਮੈਂ ਨਹੀਂ ਪਹੁੰਚ ਸਕਦਾ। ਅੱਖੀ ਲੋੜੀ ਨਾ ਲਹਾ ਹਉ ਚੜ ਲੰਗਾ ਕਿਤ, ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ। ਕਹਿੰਦੇ ਨੇ ਚਾਕਰੀਆਂ ਚੰਗਿਆਈਆਂ ਹੋਰ ਜਿਹੜੀਆਂ ਸਿਆਣਪਾਂ ਨੇ ਛੱਡ ਦੇ, ਨਾਨਕ ਨਾਮ ਸੰਭਾਲ ਤੂੰ। ਹੇ ਬੰਦਿਆ ਰੱਬ ਦਾ ਨਾਮ ਸੰਭਾਲ, ਬੱਧਾ ਛੁੱਟੇ ਜਿੱਤ, ਜਿਹਦੇ ਕਰਕੇ ਵਿਕਾਰਾਂ ਦੇ ਵਿੱਚ ਬੱਧਾ ਹੋਇਆ ਤੂੰ ਛੁੱਟ ਜਾਏਗਾ। ਤੇ ਸਤਿਗੁਰੂ ਜੀ ਕਹਿੰਦੇ ਨੇ ਤੂੰ ਕਰੇ ਸੋ ਸੱਚੇ ਹੋਏ ਸੀ, ਜਨ ਨਾਨਕ ਕਿਰਪਾ ਧਾਰ ਪ੍ਰਭ। ਕਿਰਪਾ ਧਾਰ ਰੱਬ ਜੀ, ਸਤਿਗੁਰ ਸੁਖ ਬਸਨ, ਜਿਨ ਅੰਤਰ ਪ੍ਰੇਮ ਪ੍ਰੀਤ ਪ੍ਰਮ ਕੀ। ਜਿਨ੍ਹਾਂ ਦੇ ਅੰਦਰ ਰੱਬ ਦੀਆਂ ਦੀ ਪ੍ਰੀਤ ਹੁੰਦੀ ਹੈ ਨਾ, ਪ੍ਰਮਾਤਮਾ ਦੀ ਲਿਵ ਹੁੰਦੀ ਹੈ, ਜਿਉ ਬੋਲਣ ਤਿਵੇਂ ਸੁਹਾਨ। ਕਹਿੰਦੇ ਨੇ ਉਹਨਾਂ ਦਾ ਬੋਲਿਆ ਬੜਾ ਸ਼ੋਭਨੀਕ ਹੁੰਦਾ ਹੈ, ਕਿਉਂਕਿ ਉਹ ਗਲਤ ਬੋਲਦੇ ਨਹੀਂ ਕਿਸੇ ਨੂੰ, ਮੰਦਾ ਬੋਲਦੇ ਨਹੀਂ ਹਨ, ਕਿਸੇ ਨੂੰ ਮੰਦਾ ਨਹੀਂ ਬੋਲਦੇ, ਮਾੜਾ ਨਹੀਂ ਬੋਲਦੇ। ਨਾਨਕ ਹਰ ਆਪੇ ਜਾਣਦਾ, ਰੱਬ ਜਾਣਦਾ ਹੈ ਕਿ ਕਿਹੜਾ ਉਹਦੇ ਨਾਲ ਪ੍ਰੀਤ ਕਰਦਾ ਹੈ ਤੇ ਕਿਹੜਾ ਪਖੰਡ ਕਰਦਾ ਹੈ, ਸਭ ਕੁਝ ਉਹਨੂੰ ਪਤਾ ਹੈ। ਸਤਿਗੁਰੂ ਜੀ ਕਹਿੰਦੇ ਨੇ ਤੂੰ ਕਰਤਾ ਆਪ ਅਭੁੱਲ ਹੈ। ਬੰਦਾ ਭੁੱਲ ਸਕਦਾ ਹੈ, ਭੁੱਲਾਂ ਕਰਦਾ ਰਹਿੰਦਾ ਹੈ, ਪਰ ਕਰਤਾ ਜਿਹੜਾ ਨਾ ਉਹ ਅਭੁੱਲ ਹੈ। ਅਭੁੱਲ ਕਿਵੇਂ ਹੈ? ਕਿਉਂਕਿ ਉਹਨੇ ਕਦੇ ਨਹੀਂ ਭੁੱਲਿਆ ਕਿ ਇਸ ਬੰਦੇ ਨੂੰ ਰੋਟੀ ਦੇਣੀ ਹੈ, ਜਾਂ ਅੱਜ ਚੇਤਾ ਭੁੱਲ ਗਿਆ। ਉਹਨੇ ਰਿਜ਼ਕ ਸਾਨੂੰ ਦੇ ਹੀ ਜਾਣਾ, ਉਹਨੇ ਸਾਨੂੰ ਭੋਜਨ ਦੇ ਹੀ ਜਾਣਾ, ਉਹ ਕਦੇ ਭੁੱਲਦਾ ਨਹੀਂ ਹੈ ਸਾਨੂੰ ਰਿਜ਼ਕ ਦੇਣ ਤੋਂ। ਉਹ ਅਭੁੱਲ ਹੈ, ਉਹਨੂੰ ਚੇਤਾ ਹੈ ਸਾਰੀ ਸ੍ਰਿਸ਼ਟੀ ਦਾ, ਉਹਨੇ ਸਾਜਿਆ ਸਾਰੀ ਸ੍ਰਿਸ਼ਟੀ ਨੂੰ, ਪਰ ਭੁੱਲਣ ਵਿੱਚ ਨਹੀਂ, ਉਹ ਭੁੱਲਣ ਵਿੱਚ ਨਹੀਂ ਆਉਂਦਾ। ਤੂੰ ਕਰੇ ਸੋ ਸੱਚੇ ਭਲਾ ਹੈ। ਇਸ ਕਰਕੇ ਰੱਬ ਜੀ ਜੋ ਤੂੰ ਕਰਦਾ ਹੈ ਉਸੇ ਵਿੱਚ ਸਾਡਾ ਭਲਾ ਹੈ, ਸਾਨੂੰ ਉਸੇ ਵਿੱਚ ਹੀ ਸ਼ੁਕਰਾਨਾ ਕਰਨਾ ਚਾਹੀਦਾ ਹੈ। ਗੁਰ ਸ਼ਬਦ ਬੁਝਾਹੀ, ਇਹ ਗੱਲ ਸਾਨੂੰ ਗੁਰੂ ਦੀ ਸ਼ਬਦ ਦੇ ਰਾਹੀਂ ਬੁੱਝ ਲੈਣੀ ਚਾਹੀਦੀ ਹੈ। ਤੂੰ ਕਰਨ ਕਾਰਨ ਸਮਰੱਥ ਹੈ, ਇਹ ਰੱਬ ਤੂੰ ਕਰਨ ਕਾਰਨ ਸਮਰੱਥ ਹੈ, ਕੁਝ ਵੀ ਕਰਨ ਯੋਗ ਹੈ। ਪਰ ਇਹ ਗੱਲ ਸਾਨੂੰ ਧਿਆਨ 'ਚ ਰੱਖਣੀ ਚਾਹੀਦੀ ਹੈ, ਜੇ ਉਹ ਕੁਝ ਵੀ ਕਰਨ ਦੇ ਯੋਗ ਹੈ, ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਇਕੱਲੇ ਸਾਨੂੰ ਦੁੱਖ ਹੀ ਦਿੰਦਾ ਹੈ। ਕਿ ਅਸੀਂ ਇਹ ਗੱਲ ਕਹਿੰਦੇ ਹਾਂ ਨਾ ਰੱਬ ਜੀਆਂ ਨੂੰ ਕਿ ਜੇ ਕਿਤੇ ਸੁੱਖ ਦੇ ਦੇਵੇ ਇਹ ਸਾਡੀ ਗੱਲ ਹੈ, ਜੇ ਕਿਤੇ ਦੁੱਖ ਆ ਗਿਆ ਅਸੀਂ ਰੱਬ ਤੇ ਥੋਪ ਦਿੰਦੇ ਹਾਂ ਕਿ ਰੱਬ ਨੇ ਚੰਗਾ ਨਹੀਂ ਕੀਤਾ, ਰੱਬ ਨੇ ਮਾੜਾ ਨਹੀਂ ਕੀਤਾ। ਗੁਰਬਾਣੀ ਕਹਿੰਦੀ ਤੇਰਾ ਜੰਮਣਾ ਵੀ ਭਾਣੇ ਦੇ ਵਿੱਚ, ਤੇਰਾ ਮਰਨਾ ਵੀ ਭਾਣੇ ਦੇ ਵਿੱਚ। ਜੇ ਭਾਣੇ ਦੇ ਵਿੱਚ ਮੌਤ ਆਈ ਹੈ ਨਾ, ਤੇ ਜੰਮਣਾ ਵੀ ਭਾਣੇ ਦੇ ਵਿੱਚ, ਜਾਂ ਤਿਸ ਭਾਣਾ ਤਾਂ ਜੰਮਿਆ, ਭਾਣਾ ਹੀ ਪਾਇਆ ਨਾ ਰੱਬ ਜੀਆਂ ਨੂੰ। ਮੌਤ ਵੀ ਭਾਣੇ ਦੇ ਵਿੱਚ, ਤੇਰਾ ਜਨਮ ਵੀ ਭਾਣੇ ਦੇ ਵਿੱਚ, ਹੁਕਮ ਦੇ ਵਿੱਚ ਸਾਰਾ ਕੁਝ। ਦੂਜਾ ਕੋ ਨਹੀਂ ਤੂੰ ਸਾਹਿਬ ਅਗੰਮ ਦਿਆਲ ਹੈ। ਹੇ ਰੱਬ ਜੀ ਤੂੰ ਸਾਹਿਬ ਅਗੰਮ ਹੈ, ਅਪਹੁੰਚ ਤੋਂ ਦੂਰ ਹੈ ਤੇ ਦਇਆ ਕਰਨ ਵਾਲਾ ਹੈ। ਸਭ ਤੁਧ ਧਿਆਈ, ਸਾਰੇ ਜੀਵ ਰਲ ਕੇ ਤੈਨੂੰ ਧਿਆਉਂਦੇ ਨੇ, ਤੇਰਾ ਸਿਮਰਨ ਕਰਦੇ ਨੇ। ਪਰ ਇੱਕ ਤਰਲਾ ਸਾਨੂੰ ਜ਼ਰੂਰ ਲੈਣਾ ਚਾਹੀਦਾ ਹੈ ਮਹਾਰਾਜ ਜੀਆਂ ਦੇ ਅੱਗੇ ਕਿ ਸਤਿਗੁਰੂ ਜੀਓ, ਡੁੱਬਦੇ ਬੰਦੇ ਨੂੰ, ਇੱਕ ਬੰਦਾ ਡੁੱਬਦਾ ਪਿਆ ਹੈ, ਉਦੋਂ ਤਾਂ ਕਹਿੰਦੇ ਨੇ ਫਿਰ ਨੌਕਾ ਮਿਲੀ, ਕਾਮ ਨਹੀਂ ਆਇਆ, ਨੌਕਾ ਨਹੀਂ ਮਿਲੀ। ਜੇ ਬੰਦਾ ਮਾਰੀ ਜਾਵੇ ਉਸ ਤੋਂ ਬਾਅਦ ਉਹਨੂੰ ਬੇੜੀ ਮਿਲ ਜਾਵੇ, ਉਸ ਤੋਂ ਬਾਅਦ ਉਸ ਬੇੜੀ ਦਾ ਕੋਈ ਲਾਭ ਨਹੀਂ ਹੈ। ਮਿਲਣਾ ਹੈ ਤੇ ਸਾਨੂੰ ਹੁਣ ਆਣ ਕੇ ਪ੍ਰਾਪਤ ਹੋ। ਤਰਲਾ ਲੈ, ਰੱਬ ਅੱਗੇ ਅਰਦਾਸ ਕਰ ਕਿ ਸਤਿਗੁਰੂ ਜੀ ਇਸ ਸਮੇਂ ਸੰਸਾਰ ਦੇ ਵਿੱਚ ਰਹਿੰਦਿਆਂ ਜੇ ਸਾਨੂੰ ਮਿਲ ਜਾਵੇ ਠੀਕ ਹੈ, ਨਹੀਂ ਤੇ ਅੱਗੇ ਜਾ ਕੇ ਸਾਨੂੰ ਕੋਈ ਦਰਸ਼ਨਾਂ ਦੀ ਪਿਆਸ ਨਹੀਂ ਹੈ, ਕੋਈ ਮੁਕਤੀ ਦੀ ਆਸ ਨਹੀਂ ਹੈ। ਇਸ ਸੰਸਾਰ ਦੇ ਵਿੱਚ ਰਹਿ ਕੇ ਸਾਨੂੰ ਦਰਸ਼ਨ ਦਿਓ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰਨੀਆਂ ਜੀ, ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤੋਂ ਪਾਇਆ ਸਹਿ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਨ ਆਈਆਂ। ਸ਼ਬਦ ਤਾਂ ਗਾਉ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ